ਸ੍ਰੀ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਮ ਸੁਨ ਸ਼ਾਹੁਦਈ ਕਰ ਸ਼ਾਰਤ ਤੂਸ਼ਨ ਰਹੋ ਸਮਝਾਏ ਵਿਚਾਰਤ ਥਿਰ ਉਮਰਾਵ ਹੁਤੇ ਸਮੁਦਾਈ ਸਭਾ ਬਿਖੈ ਸਭ ਹੂਨ ਸੁਨਾਈ ਇਮ ਸੁਨ ਸ਼ਾਹੁਦਈ ਕਰ ਸ਼ਾਰਤ ਤੂਸ਼ਨ ਰਹੋ ਸਮਝਾਏ ਵਿਚਾਰਤ ਥਿਰ ਉਮਰਾਵ ਹੁਤੇ ਸਮੁਦਾਈ ਸਭਾ ਬਿਖੈ ਸਭ ਹੂਨ ਸੁਨਾਈ ਇਮ ਸੁਨ ਸ਼ਾਹੁਦਈ ਕਰ ਸ਼ਾਰਤ। ਸੱਚੇ ਪਾਤਸ਼ਾਹ ਗਰੀਬ ਨਵਾਜ ਚੇਂਜ ਕਰ ਦੋ ਸਟੈਂਡ ਦੀਨ ਦੁਨੀਆ ਦੇ ਕਰ ਰਹੇ ਹੋ। ਪੈਂਦੇ ਖਾਂ ਜੋ ਕਿ ਗੁਰੂ ਸਾਹਿਬ ਨਾਲ ਗੱਦਾਰੀ ਕਰਦਾ, ਉਹ ਕਥਾ ਆਪ ਜੀ ਨੇ ਸੁਣੀ। ਮਹਾਰਾਜ ਜੀ ਨੇ ਬਾਰ-ਬਾਰ ਕਿਹਾ ਵੀ ਪੈਂਦੇ ਖਾਂ ਸੱਚ ਬੋਲਦੇ, ਸੱਚ ਬੋਲਦੇ, ਸੱਚ ਬੋਲਦੇ, ਪਰ ਪੈਂਦੇ ਖਾਂ ਆਪਣੀ ਜਿੱਦ ਦੇ ਅੱਗੇ ਅੜਿਆ ਹੀ ਰਿਹਾ ਜੀ। ਹਠੀ ਸੀਗਾ, ਜਿੱਦੀ ਸੀਗਾ, ਪਹਿਲਾਂ ਤੇ ਜਿੱਦ ਦੇ ਅੱਗੇ ਅੜਿਆ ਰਿਹਾ। ਉਸੇ ਜਿੱਦ ਦੇ ਕਰਕੇ ਫਿਰ ਉਹਨੇ ਮਹਾਰਾਜ ਨਾਲ ਝੂਠ ਵੀ ਬੋਲਿਆ ਜੀ। ਕੁਦਰਤੀ ਹੈ, ਜਿਹੜਾ ਬੰਦਾ ਜਿੱਦੀ ਹੋਏਗਾ ਨਾ ਜੀ, ਉਹ ਝੂਠਾ ਵੀ ਹੋਏਗਾ ਜੀ। ਕਾਰਨ ਕੀ ਹੈ? ਆਪਣੀ ਜਿੱਦ ਮਨਵਾਉਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਜੀ। ਆਪਣੀ ਜਿੱਦ ਮਨਵਾਉਣ ਵਾਸਤੇ ਪੈਂਦੇ ਖਾਂ ਮਹਾਰਾਜ ਨਾਲ ਝੂਠ ਬੋਲਦਾ ਹੈ। ਇੱਥੋਂ ਤੱਕ ਤੁਸੀਂ ਸੁਣਿਆ ਵੀ ਗੁਰੂ ਸਾਹਿਬ ਜੀ ਦੀ ਸਹੁੰ ਵੀ ਖਾਂਦਾ ਹੈ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਇਹਨੂੰ ਮਾਰੋ, ਇੱਥੋਂ ਕੱਢ ਦਿਓ। ਕਹਿਣ ਲੱਗੇ ਇਹ ਹੁਣ ਸਾਡੇ ਯੋਗ ਨਹੀਂ ਰਿਹਾ। ਇਤਿਹਾਸ ਵਿੱਚ ਕਈ ਸਿੱਖਾਂ ਨਾਲ ਇਸ ਤਰ੍ਹਾਂ ਹੋਇਆ। ਭਾਈ ਗੌਰੇ ਨੂੰ ਮਹਾਰਾਜ ਨੇ ਕਿਹਾ ਸੀ ਵੀ ਸਾਡੇ ਸਾਹਮਣੇ ਨਾ ਆਵੇ, ਸਾਡੇ ਮੱਥੇ ਨਾ ਲੱਗੇ, ਪਰ ਭਾਈ ਗੌਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਝੁਕਿਆ ਹੀ ਰਿਹਾ ਤੇ ਸਾਧ ਸੰਗਤ ਜੀ ਉਹ ਬਖਸ਼ਿਆ ਗਿਆ। ਪਰ ਪੈਂਦੇ ਖਾਂ ਬਗਾਵਤ ਵਾਲੇ ਰਸਤੇ ਤੇ ਤੁਰ ਪਿਆ। ਸਾਰੀ ਕਥਾ ਤੁਸੀਂ ਕੱਲ ਸੁਣੀ ਹੈ। ਪੈਂਦੇ ਖਾਂ ਬਗਾਵਤ ਕਰਨ ਵਾਲੇ ਰਸਤੇ ਤੇ ਤੁਰ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵੀ ਮੈਂ ਬਗਾਵਤ ਕਰਾਂਗਾ। ਜਦੋਂ ਘਰ ਵਾਪਸ ਆ ਰਿਹਾ ਸੀਗਾ, ਉਦੋਂ ਹੀ ਪੈਂਦੇ ਖਾਂ ਨੇ ਮਹਾਰਾਜ ਨੂੰ ਕਹਿਤਾ ਵੀ ਮੈਂ ਬਾਦਸ਼ਾਹ ਦੇ ਕੋਲ ਜਾਵਾਂਗਾ ਤੇ ਬਾਦਸ਼ਾਹ ਦੇ ਕੋਲ ਜਾ ਕੇ ਤੇ ਮੈਂ ਤੁਹਾਡੇ ਉੱਤੇ ਹਮਲਾ ਕਰਾਂਗਾ। ਆਖੋ ਵਾਹਿਗੁਰੂ। ਇਹ ਨਹੀਂ ਉਹਨੂੰ ਪਤਾ ਵੀ ਮੈਂ ਆਮ ਪੁਰਸ਼ ਹਾਂ। ਮਹਾਰਾਜ ਗਰੀਬ ਨਵਾਜ ਪੀਰਾਂ ਦੇ ਪੀਰ ਨੇ, ਮੀਰਾਂ ਦੇ ਮੀਰ ਨੇ, ਮਾਲਕ ਨੇ। ਇਹ ਨਹੀਂ ਉਹਨੂੰ ਪਤਾ ਕਿਸੇ ਗੱਲ ਦਾ ਜੀ। ਸੋ ਪੈਂਦੇ ਖਾਂ ਸਾਧ ਸੰਗਤ ਜੀ ਫਿਰ ਇਹ ਬਗਾਵਤ ਦਾ ਕੰਮ ਸ਼ੁਰੂ ਕਰਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਬੜੀ ਲੰਮੀ ਕਥਾ ਲਿਖੀ ਹੈ।
ਜਦੋਂ ਉਹ ਬਗਾਵਤ ਕਰਦਾ, ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਮਿਲਿਆ, ਪਹਿਲਾਂ ਤਾਂ ਛੇਤੀ ਕੋਈ ਸਾਥ ਹੀ ਨਾ ਦੇਵੇ। ਸਾਥ ਕਿਉਂ ਨਾ ਦੇਵੇ ਵੀ ਮਹਾਰਾਜ ਦੇ ਨਾਲ ਵੈਰ ਕਮਾਉਣਾ ਕਿਹੜਾ ਸੌਖਾ ਹੈਗਾ ਜੀ। ਮਹਾਰਾਜ ਬਾਣੀ ਵਿੱਚ ਲਿਖਦੇ, ਨਿਰਵੈਰ ਪੁਰਸ਼ ਦੇ ਨਾਲ ਜਦੋਂ ਬੰਦਾ ਵੈਰ ਕਮਾਉਂਦਾ ਉਹਦਾ ਫਿਰ ਭਲਾ ਨਹੀਂ ਹੁੰਦਾ ਜੀ। ਐਵੇਂ ਹੀ ਵੈਰ ਕਰਨਾ, ਮਹਾਰਾਜ ਦਾ ਤਾਂ ਕੋਈ ਵੈਰ ਨਹੀਂ ਹੈਗਾ, ਪਰ ਪੈਂਦੇ ਖਾਂ ਨਿਰਵੈਰਾਂ ਨਾਲ ਵੈਰ ਰਚਾਇੰਦੇ ਵਾਲਾ ਕੰਮ ਕਰ ਰਿਹਾ। ਗੁਰੂ ਸਾਹਿਬ ਉਹਨੂੰ ਪੈਂਦੇ ਖਾਂ ਨੂੰ ਕੁਝ ਨਹੀਂ ਕਹਿੰਦੇ, ਪਰ ਪੈਂਦੇ ਖਾਂ ਆਪਣੇ ਵੱਲੋਂ ਗੰਢਾਂ ਬਣਾ ਬੈਠਾ ਜੀ। ਆਖੋ ਵਾਹਿਗੁਰੂ। ਉੱਦਾਂ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਵੀ ਮਨਮੁਖ ਬੰਦੇ ਦੇ ਅੰਦਰ ਬੜੀਆਂ ਗੰਢਾਂ ਹੁੰਦੀਆਂ ਨੇ ਜੀ। ਹਾਂਜੀ, ਇਸੇ ਕਰਕੇ ਮਹਾਰਾਜ ਬਾਣੀ ਵਿੱਚ ਕਹਿੰਦੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਮਨਮੁਖ ਬੰਦਾ ਉਹ ਗੰਢ ਮਾਰ ਕੇ ਬੈਠਾ ਆਪਣੇ ਅੰਦਰ ਦੀ, ਗੁੱਸੇ ਦੀ ਗੰਢ ਮਾਰ ਕੇ ਬੈਠਾ, ਤੇ ਆਪ ਵੀ ਦੁਖੀ ਹੈ ਤੇ ਦੂਜੇ ਨੂੰ ਵੀ ਦੁਖੀ ਕਰਦਾ। ਪੈਂਦੇ ਖਾਂ ਨੇ ਗੰਢ ਮਾਰ ਲਈ ਜੀ ਆਪਣੇ ਅੰਦਰ। ਉਂਝ ਗੁਰਮੁਖ ਨਹੀਂ ਇਹ ਗੰਢ ਮਾਰਦਾ। ਜੇ ਕਿਤੇ ਗੁਰਮੁਖ ਨੂੰ ਗੁੱਸਾ ਆ ਵੀ ਜਾਵੇ ਤੇ ਬਾਣੀ ਵਿੱਚ ਲਿਖਿਆ ਵੀ ਉਹ ਘੜੀ 2 ਘੜੀ ਦਾ ਹੁੰਦਾ ਹੈ। ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਓ ਨਾ ਥੇਓ। ਪਾਣੀ ਦੇ ਉੱਤੇ ਹੱਥ ਨਾਲ ਲੀਕ ਮਾਰੋ ਤੇ ਉਹ ਰਹਿੰਦੀ ਹੈ ਜੀ, ਉਹ ਨਹੀਂ ਰਹਿੰਦੀ ਜੀ। ਗੁਰਮੁਖ ਦਾ ਗੁੱਸਾ ਇੰਨੇ ਕੁ ਚਿਰ ਦਾ ਹੀ ਹੁੰਦਾ ਜੀ। ਜੇ ਉਹਨੂੰ ਆ ਵੀ ਜਾਵੇ ਨਾ, ਉਹਦਾ ਇੰਨੇ ਕੁ ਚਿਰ ਦਾ, ਪਰ ਮਨਮੁਖ ਗੰਢਾਂ ਬੰਨ੍ਹ ਕੇ ਬੈਠਾ ਰਹਿੰਦਾ ਹੈ, ਬੈਠਾ ਰਹਿੰਦਾ ਹੈ, ਬੈਠਾ ਰਹਿੰਦਾ ਹੈ। ਤੁਸਾਂ ਸੁਣਿਆ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗਰੀਬ ਨਵਾਜ ਦਿਆਲੂ ਜੀ ਮਹਾਰਾਜ ਤੇ ਸ੍ਰੀ ਕਰਤਾਰਪੁਰ ਸਾਹਿਬ ਹਨ, ਪਰ ਪੈਂਦੇ ਖਾਂ ਬੜੀਆਂ ਵਿਉਂਤਾਂ ਬਣਾਉਂਦਾ ਵੀ ਕਿਵੇਂ ਕੀਤਾ ਜਾਵੇ, ਕੀ ਕੀਤਾ ਜਾਵੇ। ਕਰਦਿਆਂ ਕਰਦਿਆਂ ਪੈਂਦੇ ਖਾਂ ਆਪਣੇ ਜਵਾਈ ਦੇ ਨਾਲ ਰਲ ਕੇ ਤੇ ਲਾਹੌਰ ਗਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਨਹੀਂ ਪਤਾ ਵੀ ਮੈਂ ਜਿਹਦੀ ਬਗਾਵਤ ਕਰਨ ਲੱਗਾ ਇਹਨਾਂ ਨੇ ਮੈਨੂੰ ਪਾਲਿਆ, ਇਹਨਾਂ ਨੇ ਪਾਲਿਆ। ਲਾਹੌਰ ਗਿਆ, ਉੱਥੇ ਕੁਤਬ ਖਾਨ ਦੇ ਨਾਲ ਮਿਲਿਆ। ਬਾਹਰ ਬੈਠਾ ਰਹਿੰਦਾ ਹੁੰਦਾ ਸੀ ਤੇ ਵਜ਼ੀਰ ਖਾਂ ਨੂੰ ਪਤਾ ਸੀਗਾ, ਵਜ਼ੀਰ ਖਾਂ ਮਹਾਰਾਜ ਦਾ ਸਿੱਖ ਸੀ। ਜਦੋਂ ਪੈਂਦੇ ਖਾਂ ਸ਼ਾਹਜਹਾਨ ਨੂੰ ਮਿਲਣ ਜਾਵੇ, ਉਹ ਵਜ਼ੀਰ ਖਾਂ ਨੂੰ ਮਿਲਣ ਹੀ ਨਾ ਦੇਵੇ ਜੀ। ਪਹਿਰੇਦਾਰਾਂ ਨੂੰ ਸਮਝਾਇਆ ਵੀ ਇਹਨੂੰ ਮਿਲਣ ਨਹੀਂ ਦੇਣਾ, ਇਹ ਬੰਦਾ ਠੀਕ ਨਹੀਂ ਹੈਗਾ। ਫਿਰ ਪੈਂਦੇ ਖਾਂ ਨੇ ਸੌ ਕੱਢੀ ਵੀ ਮੈਂ ਕਿਵੇਂ ਮਿਲਾਂ, ਸ਼ਾਹਜਹਾਨ ਨਾਲ ਮਿਲਣਾ। ਹੁਣ ਆਪਾਂ ਵੇਖੀਏ, ਪ੍ਰਧਾਨ ਮੰਤਰੀ ਰਾਸ਼ਟਰਪਤੀ ਨਾਲ ਸਿੱਧਾ ਤਾਂ ਨਹੀਂ ਮਿਲਿਆ ਜਾਂਦਾ ਜੀ, ਛੋਟੇ ਮੋਟੇ ਅਫਸਰ ਨਾਲ ਹੀ ਇੱਥੇ ਸਿੱਧਾ ਨਹੀਂ ਮਿਲਿਆ ਜਾਂਦਾ। ਉਹ ਫਿਰ ਕੁਤਬ ਖਾਂ ਸੀਗਾ ਇੱਕ, ਕੁਤਬ ਖਾਂ ਦੇ ਨਾਲ ਪੈਂਦੇ ਖਾਂ ਨੇ ਉਹਨੂੰ ਪੈਸੇ ਦਿੱਤੇ, ਰਿਸ਼ਵਤ ਦਿੱਤੀ, ਤੇ ਫਿਰ ਸਾਧ ਸੰਗਤ ਜੀ ਉਹ ਅੱਗੇ ਗਿਆ ਜੀ। ਤੇ ਅੱਗੇ ਜਦੋਂ ਸ਼ਾਹਜਹਾਨ ਦੇ ਦਰਬਾਰ 'ਚ ਪਹੁੰਚਿਆ ਤੇ ਪੈਂਦੇ ਖਾਂ ਕਹਿੰਦਾ ਸੀ ਮੈਂ ਪੁਕਾਰੂ ਹੋ ਕੇ ਆਇਆ, ਮੇਰੀ ਪੁਕਾਰ ਸੁਣੋ, ਮੇਰੀ ਪੁਕਾਰ ਸੁਣੋ। ਤੇ ਅੱਗੇ ਖਲੋਤਾ ਸੀ ਸਲਾਬਤ ਖਾਂ। ਸਲਾਬਤ ਖਾਂ ਕਹਿੰਦਾ ਵੀ ਮੈਂ ਜਾਣ ਤਾਂ ਦਿਆਂਗਾ, ਪਹਿਲਾਂ ਮੈਨੂੰ ਵੀ ਕੁਝ ਦੇ। ਆਖੋ ਵਾਹਿਗੁਰੂ ਵਾਹਿਗੁਰੂ। ਪੈਂਦੇ ਖਾਂ ਨੇ 500 ਰੁਪਈਆ ਸਲਾਬਤ ਖਾਂ ਨੂੰ ਦਿੱਤਾ ਵੀ ਲੈ ਤੇ ਮੇਰੀ ਬਾਦਸ਼ਾਹ ਨਾਲ ਗੱਲ ਕਰਾ ਦੇ। ਗੁੱਸਾ ਥੋੜ੍ਹੇ ਜਿਹੇ ਸਮੇਂ ਲਈ ਬੰਦਾ ਜਰ ਜਾਵੇ ਨਾ ਜੀ ਤੇ ਬੜਾ ਭਲਾ ਹੋ ਜਾਂਦਾ, ਤੇ ਜੇ ਨਾ ਜਰੇ ਤੇ ਬੜੇ ਬੜੇ ਵੱਡੇ ਨੁਕਸਾਨ ਹੋ ਜਾਂਦੇ ਆ। ਆਖੋ ਸ੍ਰੀ ਵਾਹਿਗੁਰੂ। ਬੜੇ ਬੜੇ ਵੱਡੇ ਨੁਕਸਾਨ ਹੋ ਜਾਂਦੇ। ਪੈਂਦੇ ਖਾਂ ਨੁਕਸਾਨ ਕਰਾਉਣ ਤੇ ਤੁਲਿਆ ਆਪਣਾ ਵੀ ਮੈਂ ਨੁਕਸਾਨ ਕਰਾ ਕੇ ਹੀ ਰਹਿਣਾ। ਮਹਾਰਾਜ ਬਾਣੀ ਵਿੱਚ ਲਿਖਦੇ, ਕਹਿੰਦੇ ਜਿਵੇਂ ਬਾਂਦਰ ਨੱਚਦਾ ਨਾ, ਨੱਚਦਾ, ਗੁੱਸਾ ਵੀ ਬੰਦੇ ਨੂੰ ਐਵੇਂ ਹੀ ਨਚਾਉਂਦਾ ਹੈ ਜੀ। ਬੜਾ ਕੁਝ ਕਰਦਾ ਬੰਦਾ ਗੁੱਸੇ ਵਿੱਚ, ਬਹੁਤ ਕੁਝ ਕਰਦਾ। ਜਥਾ ਮਰਕਟ ਹੈ, ਮਰਕਟ ਨਾਮ ਬਾਂਦਰ ਦਾ ਹੈ। ਬਾਂਦਰ ਵਾਂਗੂ ਬੰਦਾ ਨੱਚਦਾ ਫਿਰਦਾ। ਪੈਂਦੇ ਖਾਂ ਫਿਰ ਕਰਦਿਆਂ 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 ਕਈ ਦਿਨ ਇਹ ਲਾਹੌਰ ਜਾ ਕੇ ਬੈਠਾ ਰਿਹਾ ਤੇ ਕਰਦਿਆਂ ਕਰਦਿਆਂ ਸ਼ਾਹਜਹਾਨ ਤੱਕ ਪਹੁੰਚ ਹੀ ਗਿਆ ਜੀ।
ਸ਼ਾਹਜਹਾਂ ਤੱਕ ਪਹੁੰਚ ਗਿਆ ਤੇ ਬਹੁਤ ਗੱਲਾਂ ਨਾ ਜੀ ਇਹਨੇ ਵਧਾ ਚੜਾ ਕੇ ਹੀ ਕੀਤੀਆਂ ਜੀ। ਗੱਲ ਤੇ ਕੁਝ ਵੀ ਨਹੀਂ ਹੈਗੀ ਜੀ, ਹਾਂਜੀ, ਪਰ ਇਹਨੇ ਪੈਂਦੇ ਖਾਂ ਨੇ ਵਧਾ ਚੜਾ ਕੇ ਗੱਲ ਕੀਤੀ। ਕਿਉਂ? ਨਿੰਦਕ ਚੁਗਲ ਦਾ ਕੰਮ ਹੀ ਇਹ ਹੁੰਦਾ ਵੀ ਗੱਲ ਵਧਾ ਚੜਾ ਕੇ ਕਰੇ ਜੀ। ਜੇ ਉਹ ਗੱਲ ਵਧਾ ਚੜਾ ਕੇ ਨਹੀਂ ਕਰੇਗਾ ਤੇ ਉਹਦੀ ਗੱਲ ਦਾ ਅਸਰ ਕਿਵੇਂ ਹੋਏਗਾ? ਆਖੋ ਵਾਹਿਗੁਰੂ ਵਾਹਿਗੁਰੂ। ਗੱਲ ਤਾਂ ਛੋਟੀ ਜੀ ਹੈ, ਪਰ ਨਿੰਦਕ ਚੁਗਲ ਜਦੋਂ ਗੱਲ ਕਰੇਗਾ ਨਾ, ਉਹ ਗੱਲ ਮਹਾਰਾਜ ਕਹਿੰਦੇ ਵਧਾ ਚੜਾ ਕੇ ਹੀ ਕਰਦਾ ਜੀ। ਬੜੀ ਗੱਲ ਵਧਾ ਕੇ ਕਰਦਾ। ਹੁਣ ਬਾਜ ਤੇ ਸਿੱਖ ਨੇ ਭੇਟਾ ਕੀਤਾ ਜੀ, ਪਰ ਉਹਨੇ ਫਿਰ ਸਾਧ ਸੰਗਤ ਜੀ ਬਹੁਤ ਗੱਲਾਂ ਕੀਤੀਆਂ। ਇੱਕ ਸਿੱਖ ਹੋਣ ਦੇ ਨਾਤੇ ਦਾਸ ਦੀ ਜੀਭ ਉਹ ਗੱਲਾਂ ਤੁਹਾਨੂੰ ਦੱਸ ਨਹੀਂ ਸਕਦੀ ਜੀ। ਤੇ ਤੁਸੀਂ ਵੀ ਜੇ ਤੁਹਾਨੂੰ ਉਹ ਗੱਲਾਂ ਸੁਣਾਉਣ ਲੱਗ ਪਏ ਤੇ ਤੁਸੀਂ ਵੀ ਕਹਿਣਾ ਵੀ ਮਹਾਰਾਜ ਦੀ ਸਿਫਤ ਸੁਣਾਓ। ਇਹ ਪੈਂਦੇ ਖਾਂ ਦੀਆਂ ਚੁਗਲੀਆਂ ਕਾਹਤੋਂ ਸੁਣਨੀਆਂ ਆਪਾਂ ਜੀ? ਪੈਂਦੇ ਖਾਂ ਨੇ ਚੁਗਲੀ ਕੀਤੀ ਜੀ ਮਹਾਰਾਜ ਦੀ, ਬੜੀ ਚੁਗਲੀ ਕੀਤੀ। ਗੁਰੂ ਮਿਹਰ ਕਰੇ ਇਹਦੇ ਤੋਂ ਬੰਦੇ ਨੂੰ ਬਚਾਵੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਹਦੇ ਤੋਂ ਬਚਾਵੇ ਸੱਚੇ ਪਾਤਸ਼ਾਹ। ਬੜੀ ਚੁਗਲੀ ਕੀਤੀ, ਬੜੀ ਚੁਗਲੀ ਕੀਤੀ। ਅਖੀਰ ਬਾਦਸ਼ਾਹ ਨੂੰ ਇੰਨਾ ਕੁ ਜ਼ਿਆਦਾ ਪੈਂਦੇ ਖਾਂ ਨੇ ਭੜਕਾਇਆ ਵੀ ਬਾਦਸ਼ਾਹ ਨੇ ਫੁਰਨਾ ਬਣਾਇਆ ਵੀ ਮੈਂ ਗੁਰੂ ਜੀ ਤੇ ਫੌਜ ਭੇਜ ਦੇਣਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਪੈਂਦੇ ਖਾਂ ਬਾਦਸ਼ਾਹ ਨੂੰ ਇਹ ਕਹਿੰਦਾ ਵੀ ਮੈਂ ਗੁਰੂ ਦਾ ਭੇਤੀ ਹਾਂ, ਤੇ ਭੇਤੀ ਬੰਦਾ ਜ਼ਿਆਦਾ ਨੁਕਸਾਨ ਕਰਦਾ ਬੰਦੇ ਦਾ। ਇਸ ਕਰਕੇ ਸਿਆਣੇ ਕਹਿੰਦੇ ਆ ਕਦੀ ਕਿਸੇ ਨੂੰ ਸਾਰੇ ਭੇਤ ਨਾ ਦਿਓ। ਕਿਸੇ ਦਾ ਕੀ ਪਤਾ ਭੇਤ ਲੈ ਕੇ ਕਿੰਨਾ ਨੁਕਸਾਨ ਨਹੀਂ ਉਹਨੇ ਕਰ ਦੇਣਾ। ਪਰ ਮਹਾਰਾਜ ਦਾ ਇਹ ਭੇਤ ਕੀ ਦਏਗਾ? ਗੁਰਮੁਖਾਂ ਦਾ ਜੀਵਨ ਤਾਂ ਖੁੱਲੀ ਕਿਤਾਬ ਹੁੰਦੀ ਹੈ, ਖੁੱਲੀ ਕਿਤਾਬ ਹੁੰਦੀ ਹੈ ਗੁਰਮੁਖਾਂ ਦਾ ਜੀਵਨ। ਉਹਨਾਂ ਦੇ ਜੀਵਨ ਵਿੱਚ ਕੋਈ ਵਲ ਫਰੇਬ ਨਹੀਂ ਹੁੰਦਾ। ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਹੋਏ ਜੀ। ਜਿੱਥੋਂ ਕਾਰ ਸੇਵਾ ਪੰਥ ਤੁਰਿਆ ਨਾ, ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਤੋਂ ਤੁਰਿਆ ਜੀ। ਕਾਰ ਸੇਵਾ ਉਹਨਾਂ ਸ਼ੁਰੂ ਕੀਤੀ ਜੀ ਪੰਥ ਵਿੱਚ। ਔਰ ਤੋਂ ਪਹਿਲਾਂ ਸਤਿਗੁਰਾਂ ਨੇ ਕਰਾਈ, ਗੁਰਸਿੱਖਾਂ ਨੇ ਕਰਾਈ, ਪਰ ਸੰਪਰਦਾ ਬਾਬਾ ਗੁਰਮੁਖ ਸਿੰਘ ਜੀ ਤੋਂ ਚੱਲੀ ਜੀ। ਉਹਨਾਂ ਦੇ ਅੱਗੇ ਬਾਬਾ ਝੰਡਾ ਸਿੰਘ ਹੋਏ ਜੀ। ਤੇ ਬਾਬਾ ਝੰਡਾ ਸਿੰਘ ਜੀ ਰੋਜ਼ ਜਨਮ ਸਾਖੀ ਦੀ ਕਥਾ ਸੁਣਦੇ ਹੁੰਦੇ ਸੀਗੇ। ਸੰਗਤ ਨੇ ਬਹਿ ਜਾਣਾ, ਸ਼ਾਮ ਦਾ ਸਮਾਂ ਹੋਣਾ ਤੇ ਦੀਵਾ ਬਲਦਾ ਹੋਣਾ, ਦੀਵਾ ਤੇਲ ਦਾ ਦੀਵਾ ਬਾਲਣਾ, ਤੇ ਦੀਵੇ ਦੀ ਲੋ ਵਿੱਚ ਇੱਕ ਸਿੱਖ ਨੇ ਪੋਥੀ ਪੜ੍ਹਨੀ ਤੇ ਕਥਾ ਸੁਣਨੀ ਜੀ। ਭਾਈ ਬਾਲਾ ਜੀ ਦੀ ਜਨਮ ਸਾਖੀ। ਜਿਹੜੇ ਬਜ਼ੁਰਗ ਬੈਠੇ ਕਈਆਂ ਨੇ ਭਾਈ ਬਾਲਾ ਜੀ ਦੀ ਜਨਮ ਸਾਖੀ ਪੜ੍ਹੀ ਹੋਣੀ ਹੈ, ਬੜਾ ਰਸ ਹੈ ਜੀ ਉਹਦੇ ਵਿੱਚ। ਭਾਈ ਬਾਲੇ ਦੀ ਜਨਮ ਸਾਖੀ ਦੀ ਕਥਾ ਮਹਾਂਪੁਰਖ ਰੋਜ਼ ਸੁਣਦੇ। ਤੇ ਬਾਬਾ ਝੰਡਾ ਸਿੰਘ ਜੀ ਦਾ ਸਕਾ ਭਰਾ ਉਹਨਾਂ ਨੂੰ ਮਿਲਣ ਵਾਸਤੇ ਆਇਆ ਜੀ। ਬੜੇ ਚਿਰ ਬਾਅਦ ਆਇਆ, ਸਕਾ ਭਰਾ ਮਿਲਣ ਵਾਸਤੇ ਆਇਆ ਤੇ ਕਥਾ ਦਾ ਭੋਗ ਪੈ ਗਿਆ। ਤੇ ਕਹਿੰਦਾ ਜੀ ਮੈਂ ਇੱਕ ਘਰ ਦੀ ਗੱਲ ਤੁਹਾਡੇ ਨਾਲ ਕਰਨੀ ਹੈ, ਮੈਂ ਇੱਕ ਘਰੇਲੂ ਗੱਲ ਤੁਹਾਡੇ ਨਾਲ ਕਰਨੀ ਹੈ। ਤੇ ਬਾਬਾ ਜੀ ਨੇ ਪਤਾ ਕੀ ਕੀਤਾ ਜੀ? ਬਾਬਾ ਜੀ ਨੇ ਦੀਵੇ ਨੂੰ ਹੱਥ ਮਾਰ ਕੇ ਦੀਵਾ ਬੁਝਾ ਦਿੱਤਾ ਜੀ। ਹੁਣ ਕਿਸੇ ਦਾ ਸਕਾ ਭਰਾ ਬੜੇ ਸਾਲਾਂ ਬਾਅਦ ਉਹਨੂੰ ਮਿਲਣ ਗਿਆ ਹੋਵੇ ਤੇ ਸਾਹਮਣੇ ਉਹ ਅਗਲਾ ਦੀਵਾ ਜਗਦਾ ਵੀ ਬੰਦ ਕਰ ਦੇਵੇ। ਉਹ ਕਹਿੰਦਾ ਬਾਬਾ ਜੀ ਮੈਂ ਘਰੇਲੂ ਗੱਲ ਕਰਨੀ ਹੈ ਤੇ ਤੁਸੀਂ ਦੀਵਾ ਬੰਦ ਕਰਤਾ। ਮਹਾਂਪੁਰਖ ਕਹਿੰਦੇ ਗੱਲ ਸੁਣ, ਤੂੰ ਕਰਨੀ ਗੱਲ ਆਪਣੇ ਘਰ ਦੀ, ਤੇ ਜਿਹੜਾ ਦੀਵੇ 'ਚ ਤੇਲ ਬਲ ਰਿਹਾ ਉਹ ਪੈ ਰਿਹਾ ਗੁਰੂ ਘਰ ਦਾ। ਗੱਲ ਤੂੰ ਮੂੰਹ ਨਾਲ ਕਰਨੀ ਹੈ, ਮੈਂ ਕੰਨਾਂ ਨਾਲ ਸੁਣ ਲੈਣੀ ਹੈ, ਤੇ ਗੁਰੂ ਘਰ ਦਾ ਤੇਲ ਕਿਉਂ ਬਾਲਣਾ? ਕਹਿੰਦੇ ਆਖੋ ਵਾਹਿਗੁਰੂ। ਗੁਰੂ ਘਰ ਦਾ ਤੇਲ ਕਿਉਂ ਬਾਲਣਾ? ਜਿਹੜਾ ਗੁਰਮੁਖਾਂ ਦਾ ਜੀਵਨ ਹੈ ਨਾ, ਇਹ ਆ ਖੁੱਲੀ ਕਿਤਾਬ। ਉਹਨਾਂ ਦਾ ਭੇਤ ਕੋਈ ਨਹੀਂ ਹੁੰਦਾ। ਪਰ ਪੈਂਦੇ ਖਾਂ ਨੇ ਤੇ ਵਧਾ ਚੜਾ ਕੇ ਗੱਲ ਕਰਨੀ ਸੀ ਨਾ। ਪੈਂਦੇ ਖਾਂ ਕਹਿੰਦਾ ਮੈਂ ਤੁਹਾਨੂੰ ਸਾਰੇ ਭੇਦ ਦਿਆਂਗਾ। ਕਹਿੰਦਾ ਬਾਦਸ਼ਾਹ
ਇੱਕ ਵਾਰੀ ਮੇਰੇ ਕਹਿਣ ਉੱਤੇ ਮਹਾਰਾਜ ਤੇ ਹਮਲਾ ਕਰ ਦਿਓ। 3 ਜੰਗਾਂ ਤੁਸੀਂ ਹਾਰ ਚੁੱਕੇ ਹੋ, ਆ ਚੌਥੀ ਜੰਗ ਨਹੀਂ ਹਾਰੋਗੇ। ਕਹਿੰਦਾ ਮੈਨੂੰ ਭੇਦ ਪਤਾ, ਮੈਂ ਲੜਾਂਗਾ ਗੁਰੂ ਸਾਹਿਬ ਨਾਲ। ਵੇਖੋ ਗੁਰੂ ਸਾਹਿਬ ਨਾਲ ਲੜਨ ਵਾਸਤੇ ਤਿਆਰ ਹੋ ਗਿਆ ਜੀ ਉਹ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਦੇ ਨਾਲ ਪੈਂਦੇ ਖਾਂ ਲੜਨ ਵਾਸਤੇ ਤਿਆਰ ਹੋ ਗਿਆ। ਕਹਿੰਦਾ ਮੈਂ ਲੜਾਂਗਾ, ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਮੇਰੇ ਨਾਲ ਫੌਜਾਂ ਭੇਜੋ। ਮੈਂ ਸਾਰੇ ਭੇਦ ਜਾਣਦਾ, ਮੈਂ ਬਚਪਨ ਤੋਂ ਉਹਨਾਂ ਦੇ ਨਾਲ ਆ। ਤੇ ਸਭ ਤੋਂ ਮਾੜਾ ਬੰਦਾ ਇਹੋ ਜਿਹਾ ਹੀ ਹੁੰਦਾ ਜੀ। ਕਹਿੰਦਾ ਮੈਂ ਬਚਪਨ ਤੋਂ ਉਹਨਾਂ ਦੇ ਨਾਲ ਆ। ਤੇ ਗੱਲ ਸੁਣ ਲਓ, ਜਿੰਨਾ ਵੱਡਾ ਡੀਲ ਡੌਲ ਮਹਾਰਾਜ ਦਾ ਨਾ, ਉਹੋ ਜਿਹਾ ਹੀ ਸਰੀਰ ਮੇਰਾ ਹੈ। ਕਿਉਂਕਿ ਪੈਂਦੇ ਖਾਂ ਦਾ ਸਰੀਰ ਵੀ ਬੜਾ ਵੱਡਾ ਸੀਗਾ ਸੰਗਤ ਜੀ, ਉੱਚਾ ਲੰਮਾ ਚੌੜਾ ਸੀਗਾ ਪੈਂਦੇ ਖਾਂ ਵੀ ਬਹੁਤ। ਰੋਜੀ ਵਾਸਤੇ ਕਹਿੰਦਾ ਮੈਂ ਉਹਨਾਂ ਦੇ ਕੋਲ ਰਹਿਣਾ ਸਾਂ, ਮੈਨੂੰ ਤਨਖਾਹ ਮਿਲਦੀ ਸੀ, ਹੋਰ ਮੇਰਾ ਕੋਈ ਸਰੋਕਾਰ ਨਹੀਂ ਹੈਗਾ। ਕਹਿਣ ਲੱਗਾ ਫਿਰ ਹੁਣ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ। ਪੈਂਦੇ ਖਾਂ ਨੇ ਬਾਦਸ਼ਾਹ ਨੂੰ ਇਹ ਗੱਲ ਆਖੀ। ਪਿਆਰਿਓ ਚੇਤਾ ਰੱਖਿਓ, ਗੁਰੂ ਦਾ ਹੱਥ ਚੁਕਾ ਕੇ ਜਦੋਂ ਬੰਦਾ ਆਪਣੇ ਸਿਰ ਤੇ ਕਿਸੇ ਬੰਦਿਆਂ ਦਾ ਹੱਥ ਰੱਖਦਾ ਹੈ ਨਾ, ਫਿਰ ਚੇਤਾ ਰੱਖਿਓ ਉਹਨੂੰ ਨੁਕਸਾਨ ਹੁੰਦਾ ਹੈ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਚ ਕਿੰਨਾ ਆਉਂਦਾ, ਸਫਲ ਕਰ ਮਸਤਕ ਧਾਰਿਆ। ਗੁਰੂ ਦਾ ਹੱਥ ਸਫਲ ਆ। ਗੁਰੂ ਦਾ ਹੱਥ ਸਿਰ ਤੇ ਰੱਖਿਆ ਜਾਵੇ, ਚੜ੍ਹਦੀ ਕਲਾ ਰਹਿੰਦੀ ਹੈ। ਪਰ ਮੈਂ ਵੇਖਿਆ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਵੀ ਕਈ ਬੰਦਿਆਂ ਨੂੰ ਹੀ ਕਹਿੰਦੇ ਫਿਰਦੇ ਸਾਡੇ ਸਿਰ ਤੇ ਹੱਥ ਰੱਖ ਦਿਓ। ਏਦਾਂ ਨਹੀਂ ਕਹਿਣਾ ਕਦੀ ਵੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡੇ ਨੇ। ਤੇ ਮਹਾਰਾਜ ਦੀ ਹਾਜ਼ਰੀ 'ਚ ਇਹ ਨਹੀਂ ਕਿਸੇ ਨੂੰ ਕਹਿਣਾ ਵੀ ਮੇਰੇ ਸਿਰ ਤੇ ਹੱਥ ਰੱਖ ਦਿਓ। ਨਹੀਂ ਸਾਧ ਸੰਗਤ ਜੀ, ਇੱਥੇ ਵੱਡੇ ਸਿਰਮੌਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ। ਤੇ ਇੱਕ ਗੁਰਮੁਖ ਤੇ ਕਹਿੰਦੇ ਹੁੰਦੇ ਸੀ, ਜਦੋਂ ਕੋਈ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਨਾ ਵੀ ਮੇਰੇ ਸਿਰ ਤੇ ਹੱਥ ਰੱਖੋ, ਉਹ ਕਹਿੰਦੇ ਜੇ ਗੁਰੂ ਦਾ ਚੁਕਾਉਣਾ ਤੇ ਮੇਰਾ ਰਖਾਲਾ। ਮੈਂ ਰੱਖ ਦੇਣਾ ਪਰ ਗੁਰੂ ਸਾਹਿਬ ਦਾ ਚੁੱਕਿਆ ਜਾਣਾ। ਇਸ ਕਰਕੇ ਮਹਾਰਾਜ ਨੂੰ ਅਰਦਾਸ ਕਰਿਆ ਕਰੋ, ਮਹਾਰਾਜ ਤੁਹਾਡਾ ਹੱਥ ਸਾਡੇ ਸਿਰ ਤੇ ਬਣਿਆ ਰਵੇ, ਤੁਹਾਡਾ ਹੱਥ ਬਣਿਆ ਰਵੇ। ਆ ਜਦੋਂ ਮੱਥਾ ਟੇਕਦੇ ਹੋ ਨਾ, ਕਈ ਤੇ ਫਾਰਮੈਲਿਟੀ ਲਈ ਟੇਕਦੇ ਆ, ਪਰ ਕਈਆਂ ਦੀ ਭਾਵਨਾ ਹੁੰਦੀ ਵੀ ਮੱਥਾ ਕਿਵੇਂ ਟੇਕਣਾ। ਸਾਨੂੰ ਸਿੰਘ ਸਾਹਿਬ ਹੋਣਾ ਸਿਖਾਇਆ ਸੀ ਵੀ ਮੱਥਾ ਕਿਵੇਂ ਟੇਕਣਾ। ਕਹਿੰਦੇ ਜਦੋਂ ਦੋਵੇਂ ਹੱਥ ਥੱਲੇ ਰੱਖਦੇ ਹੋ ਤੇ ਮਨ ਦੀ ਇਹ ਭਾਵਨਾ ਬਣਾਉਣੀ ਵੀ ਇਹ ਹੱਥ ਮੈਂ ਮਹਾਰਾਜ ਦੇ ਚਰਨਾਂ ਤੇ ਰੱਖੇ ਆ। ਤੇ ਜਦੋਂ ਸਿਰ ਰੱਖਦੇ ਹੋ ਨਾ, ਫਿਰ ਇਹ ਭਾਵਨਾ ਬਣਾਉਣੀ ਹੈ ਗੁਰੂ ਸਾਹਿਬ ਨੇ ਦੋਵੇਂ ਹੱਥ ਮੇਰੇ ਸਿਰ ਤੇ ਰੱਖੇ ਆ। ਤੇ ਕੋਸ਼ਿਸ਼ ਕਰਨੀ ਹੈ ਕੁਝ ਸਕਿੰਟ ਮਹਾਰਾਜ ਦੇ ਚਰਨਾਂ 'ਚ ਸਿਰ ਰੱਖੋ। ਇਹ ਨਹੀਂ ਵੀ ਮੱਥਾ ਲਾਇਆ ਤੇ ਤਾਂ ਕਰ ਲਿਆ ਉਸੇ ਵੇਲੇ, ਨਹੀਂ। ਪੈਂਦੇ ਖਾਂ ਕਹਿੰਦਾ ਰਾਵਰ ਹਾਥ ਧਰੋ ਸਿਰ ਮੇਰੇ, ਅਬ ਲਿਆਵੋਂ ਗਹਿ ਗੁਰੂ ਅਗੇਰੇ। ਬਾਦਸ਼ਾਹ ਕੋਲ ਜਾ ਕੇ ਕਹਿੰਦਾ ਮੇਰੇ ਸਿਰ ਤੇ ਹੱਥ ਰੱਖੋ, ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਲੈ ਕੇ ਆਵਾਂਗਾ। ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਫੜ ਕੇ ਲੈ ਕੇ ਆਵਾਂਗਾ। ਹੁਣ ਅੱਗੋਂ ਆਪਾਂ ਕਥਾ ਸੁਣੀਏ। ਚੁਗਲੀਆਂ ਤੇ ਉਹਨੇ ਬਹੁਤ ਲਾਈਆਂ ਮਹਾਰਾਜ ਦੀਆਂ, ਪਰ ਗੱਲ ਉਹਦੀ ਬਣੀ ਨਹੀਂ ਜੀ। ਕਿਉਂ? ਸਤਿਗੁਰੂ ਦਿਓ ਪ੍ਰਤੱਖ ਹਰ ਮੂਰਤ। ਗੁਰੂ ਸਾਹਿਬ ਆਪ ਪ੍ਰਤੱਖ ਪਰਮੇਸ਼ਰ ਨੇ, ਉਹਦੀਆਂ ਚੁਗਲੀਆਂ ਕੀ ਅਸਰ ਕਰਨਗੀਆਂ। ਹੁਣ ਆਪਾਂ ਅੱਗੋਂ ਕਥਾ ਸੁਣਨੀ ਹੈ। ਚੌਥੀ ਜੰਗ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਹੋ ਰਹੀ। ਜਦੋਂ ਮੈਂ ਸਿੰਘ ਨੂੰ ਦੱਸਿਆ ਨਾ ਵੀ ਆਪਾਂ ਚੁਗਲੀਆਂ ਸਾਰੀਆਂ ਛੱਡ ਦੇਣੀਆਂ ਤੇ ਸਿੱਧੀ ਫੌਜ ਵਾਲਾ ਪ੍ਰਸੰਗ ਸੁਣਾਉਣਾ, ਤੇ ਮੈਨੂੰ ਸਿੰਘ ਕਹਿਣ ਲੱਗਾ, ਕਹਿੰਦਾ ਇੰਨੀ ਛੇਤੀ ਹੁਣ ਦੂਜੀ ਜੰਗ ਵੀ ਹੋਣ ਲੱਗੀ ਆ, ਇੰਨੀ ਛੇਤੀ ਲੜਾਈ ਸ਼ੁਰੂ ਹੋ ਜਾਣੀ ਆ। ਇਹ ਤੇ ਸਾਧ ਸੰਗਤ ਸਾਨੂੰ ਲੱਗਦਾ ਵੀ ਹੁਣੇ ਤੇ ਤੀਜੀ ਜੰਗ ਦੀ ਕਥਾ ਸੁਣੀ ਹੈ ਤੇ ਹੁਣ ਚੌਥੀ ਵੀ ਸ਼ੁਰੂ ਹੋ ਚੱਲੀ, ਪਰ ਇਹਦੇ ਵਿੱਚ ਵਕਵਾ ਪਿਆ ਜੀ। ਕਿੰਨਾ ਸਮਾਂ ਪਿਆ ਜੀ? ਘੱਟੋ ਘੱਟ ਨਹੀਂ ਤੇ 2 ਸਾਲ ਤਾਂ ਪਏ ਹੀ ਨੇ ਵਿੱਚ ਜੀ, ਘੱਟੋ ਘੱਟ ਨਹੀਂ। ਸੋ ਹੁਣ ਆਪਾਂ ਅੱਗੋਂ ਕਥਾ ਸੁਣੀਏ।
ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਮ ਸੁਨ ਸ਼ਾਹੋ ਦਈ ਕਰ ਸ਼ਾਰਤ। ਉਹ ਬਾਦਸ਼ਾਹ ਨੇ ਵੇਖਿਆ ਵੀ ਪੈਂਦੇ ਖਾਂ ਤੇ ਵੱਧ ਹੀ ਗੱਲਾਂ ਕਰੀ ਜਾਂਦਾ, ਰਿਆ ਮਹਾਰਾਜ ਦੇ ਕੋਲ ਹੈ, ਪਰ ਬਾਦਸ਼ਾਹ ਨੂੰ ਵੀ ਪਤਾ ਹੈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਿੱਥੋਂ ਫੜ ਸਕਦਾ ਹੈ, ਐਵੇਂ ਹੀ ਵਾਧੂ ਹੀ ਗੱਲਾਂ ਕਰੀ ਜਾਂਦਾ ਹੈ। ਹਾਂਜੀ। ਤੂਸ਼ਨ ਰਹੋ ਸਮਝਾਏ ਵਿਚਾਰਤ। ਉਹਨੇ ਫਿਰ ਬਾਦਸ਼ਾਹ ਨੇ ਹੱਥ ਦਾ ਇਸ਼ਾਰਾ ਕੀਤਾ ਜੀ ਪੈਂਦੇ ਖਾਂ ਨੂੰ, ਜਿਵੇਂ ਆਪਾਂ ਏਦਾਂ ਇਸ਼ਾਰਾ ਕਰਦੇ ਨੇ ਨਾ ਵੀ ਚੁੱਪ ਰਹਿ। ਬਾਦਸ਼ਾਹ ਪੈਂਦੇ ਖਾਂ ਨੂੰ ਕਹਿੰਦਾ ਵੀ ਚੁੱਪ ਰਹਿ, ਕਿਉਂ ਬਾਦਸ਼ਾਹ ਨੂੰ ਪਤਾ ਸੀ ਇਹ ਕਹਿੰਦਾ ਤਾਂ ਹੈਗਾ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਨਾ, ਪਰ ਇਹਦੇ ਵੱਸ ਦੀ ਗੱਲ ਨਹੀਂ। ਉਹ ਤਾਂ 35,000 ਭੇਜਿਆ, ਉਹ ਨਹੀਂ ਫੜ ਸਕਿਆ। ਹਾਂਜੀ। ਥਿਰ ਉਮਰਾਵ ਹੁਤੇ ਸਮੁਦਾਈ। ਸ਼ਾਹਜਹਾਂ ਦੀ ਸਭਾ ਲੱਗੀ ਹੈ, ਸਾਰੇ ਉਹਦੇ ਵਜ਼ੀਰ ਸਾਰੇ ਉੱਥੇ ਬੈਠੇ ਨੇ ਜੀ। ਸਭਾ ਬਿਖੈ ਸਭ ਹੂਨ ਸੁਨਾਈ। ਬਾਦਸ਼ਾਹ ਸਭਾ ਦੇ ਵਿੱਚ ਸਾਰਿਆਂ ਨੂੰ ਕਹਿਣ ਲੱਗਾ, ਨਗਨ ਤੇਗ ਅਰ ਪਾਨਨ ਬੀਰਾ, ਧਰੋ ਆਨ ਕਰ ਵਿੱਚ ਵੱਡ ਬੀਰਾ। ਕਹਿਣ ਲੱਗਾ ਸਾਰੇ ਯੋਧੇ ਬੈਠੇ ਆ, ਇੱਕ ਨੰਗੀ ਤਲਵਾਰ ਤੇ ਇੱਕ ਪਾਨ ਦਾ ਬੀੜਾ ਰੱਖ ਦਿਓ। ਜਿਵੇਂ ਤੀਜੀ ਜੰਗ ਵਾਰੀ ਵੀ ਲੱਲਾ ਬੇਗ ਨੇ ਚੁੱਕਿਆ ਸੀਗਾ ਜੀ, ਬੀੜਾ ਚੁੱਕ ਲਿਆ ਸੀ। ਹਾਂਜੀ। ਜੋ ਉਤਸ਼ਾਹ ਜੰਗ ਕੋ ਧਰੈ। ਕਹਿਣ ਲੱਗੇ ਵੇਖ ਲੈਨੇ ਕਿਹੜਾ ਬੰਦਾ, ਬਾਦਸ਼ਾਹ ਕਹਿੰਦਾ ਜਿਹੜਾ ਜੰਗ ਕਰੇਗਾ। ਹਰ ਗੋਬਿੰਦ ਪਰ ਚੜਬੋ ਕਰੈ। ਜਿਹੜਾ ਹਰਗੋਬਿੰਦ ਜੀ ਉੱਤੇ ਜਾ ਕੇ ਚੜ੍ਹਾਈ ਕਰੇ, ਪੈਂਦ ਖਾਨ ਕੇ ਸੰਗ ਸਿਧਾਰੈ। ਤੇ ਪੈਂਦੇ ਖਾਂ ਦੇ ਨਾਲ ਜਾਵੇ, ਜੰਗ ਕਰੇ, ਅਰ ਬਹਾਦਰੀ ਅਰ ਕਉ ਮਾਰੈ। ਤੇ ਬਹਾਦਰੀ ਕਰਕੇ ਮਾਰੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਇਹ ਜਦੋਂ ਕਿਸੇ ਨੂੰ ਕਿਸੇ ਮੁਹਿੰਮ ਤੇ ਭੇਜਦੇ ਸੀਗੇ ਬਾਦਸ਼ਾਹ ਲੋਕ, ਤੇ ਨੰਗੀ ਤਲਵਾਰ ਚੁੱਕਣੀ ਪੈਂਦੀ ਸੀਗੀ, ਤੇ ਸਾਧ ਸੰਗਤ ਜੀ ਇੱਕ ਪਾਨ ਦਾ ਬੀੜਾ ਚੁੱਕਣਾ ਪੈਂਦਾ ਸੀ। ਇਹ ਜ਼ਿੰਮੇਵਾਰੀ ਜਿਹਨੂੰ ਆਪਾਂ ਕਹਿੰਦੇ ਨੇ ਬੀੜਾ ਚੁੱਕਿਆ ਉਸ ਕੰਮ ਦਾ, ਉਹ ਇਹੋ ਹੀ ਬੀੜਾ ਸੀਗਾ ਜੀ। ਹਾਂਜੀ। ਤੀਨ ਬਾਰ ਕਰ ਰਾਰ ਉਦਾਰਾ, ਜੋ ਮਰਾਵ ਚੜਿਓ ਸੋ ਮਾਰਾ। ਪਰ ਬਾਦਸ਼ਾਹ ਕਹਿੰਦਾ ਜਿੰਨੇ ਜਾਣਾ ਧਿਆਨ ਨਾਲ ਜਾਇਓ, ਕਿਉਂ 3 ਵਾਰ ਮੈਂ ਆਪਣੇ ਵੱਡੇ ਵੱਡੇ ਫੌਜਦਾਰ ਭੇਜੇ ਆ, ਜਿੰਨੇ ਗਏ ਆ ਸਾਰੇ ਮਰੇ ਹੀ ਆ। ਕਹਿੰਦਾ ਹੁਣ ਜਿੰਨੇ ਜਾਣਾ ਉਹ ਧਿਆਨ ਨਾਲ ਜਾਇਓ। ਇਸ ਪਠਾਨ ਕੇ ਬਲ ਕਰ ਜੀਤਾ, ਅਬ ਕੇ ਗਹਿ ਲੀਜੈ ਦੇ ਪੀਤਾ। ਇੱਕ ਗੱਲ ਪੈਂਦੇ ਖਾਂ ਹੋਰ ਬੜੀ ਕਹਿੰਦਾ ਸੀ ਨਾ, ਝੂਠ ਹੀ ਬੜਾ ਬੋਲਦਾ ਸੀਗਾ। ਆਖੋ ਵਾਹਿਗੁਰੂ। ਝੂਠ ਦੀ ਤੇ ਰਜਿਸਟਰੀ ਕਰਾਈ ਹੀ ਪੈਂਦੇ ਖਾਂ ਨੇ ਵੀ ਮੈਂ ਬੋਲਣਾ ਹੀ ਬੋਲਣਾ ਹੈ। ਪੈਂਦੇ ਖਾਂ ਕਹਿੰਦਾ ਬਾਦਸ਼ਾਹ ਨੂੰ ਵੀ ਜਿਹੜੀਆਂ 3 ਜੰਗਾਂ ਮਹਾਰਾਜ ਨੇ ਜਿੱਤੀਆਂ ਨਾ, ਮੇਰੇ ਕਰਕੇ ਜਿੱਤੀਆਂ ਨੇ। ਮੈਂ ਲੜੀਆਂ ਸਾਰੀਆਂ, ਮਹਾਰਾਜ ਨੇ ਤਾਂ ਕੀਤਾ ਹੀ ਕੱਖ ਨਹੀਂ, ਮੈਂ ਕਰਦਾ ਰਿਹਾ ਸਾਰਾ ਕੁਝ। ਤੇ ਸਾਧ ਸੰਗਤ ਜੀ ਇਹ ਪਹਿਲੀ ਜੰਗ ਇਹਨੇ ਲੜੀ ਸੀ, ਬਾਕੀ 2 ਦੇ ਵਿੱਚ ਤੇ ਹੈ ਹੀ ਨਹੀਂ ਸੀਗਾ ਜੀ, ਪਰ ਝੂਠ ਬੋਲਿਆ ਜੀ ਇਹਨੇ। ਤੇ ਬਾਦਸ਼ਾਹ ਇਹਦੀਆਂ ਗੱਲਾਂ ਨੂੰ ਸੱਚ ਮੰਨਿਆ। ਅਹੁਦੇਦਾਰ ਸਰਮਾਏਦਾਰ ਬੰਦੇ ਹਮੇਸ਼ਾ ਕੰਨਾਂ ਦੇ ਕੱਚੇ ਹੁੰਦੇ ਆ। ਉਹ ਬਾਦਸ਼ਾਹ ਸਾਰਿਆਂ ਨੂੰ ਕਹਿੰਦਾ ਵੀ ਅੱਗੇ ਤੇ ਗੁਰੂ ਸਾਹਿਬ ਜਿੱਤਦੇ ਸੀ, ਇਹਦੇ ਕਰਕੇ ਇਹ ਲੜਦਾ ਸੀਗਾ। ਹਾਂਜੀ। ਇਸ ਪ੍ਰਕਾਰ ਸਭ ਸਭਾ ਮਝਾਰਾ, 3 ਬਾਰ ਜਬ ਸ਼ਾਹ ਉਚਾਰਾ। ਤੇ ਹੁਣ ਇਹ ਸਾਡੇ ਨਾਲ ਹੈ ਤੇ ਜਿੰਦਿਆਂ ਲੈ ਕੇ ਆਉਣਾ ਮਹਾਰਾਜ ਨੂੰ। ਇਹ ਉਹਨੇ ਬਾਦਸ਼ਾਹ ਨੇ ਸਭਾ ਵਿੱਚ 3 ਵਾਰ ਉਚਾਰਨ ਕੀਤਾ। ਮੁਗਲਸ ਖਾਨ ਭਰਾਤ ਇੱਕ ਹੈ, ਕਾਲੇ ਖਾਨ ਨਾਮ ਜਗ ਕਹੈ। ਤੇ ਸਾਧ ਸੰਗਤ ਜੀ ਲੋਹਗੜ੍ਹ ਸਾਹਿਬ ਦੀ ਜੰਗ ਵਿੱਚ ਜਿਹੜਾ ਚੜ੍ਹ ਕੇ ਆਇਆ ਸੀ ਨਾ, ਉਹਦਾ ਨਾਂ ਸੀ ਮੁਗਲਸ ਖਾਂ। 7000 ਦੀ ਫੌਜ ਲੈ ਕੇ ਸਤਿਗੁਰਾਂ ਉੱਤੇ ਆਇਆ ਸੀ। ਉਹਦਾ ਸਕਾ ਭਰਾ, ਉਹਦਾ ਨਾਮ ਸੀ ਕਾਲੇ ਖਾਂ, ਉਹ ਵੀ ਉੱਥੇ ਬੈਠਾ ਸੀਗਾ ਵਿੱਚ। ਹਾਂਜੀ। ਸੂਬਾ ਪੁਰ ਪਿਸ਼ੌਰ ਕੋ ਭਾਰਾ, ਉਹ ਫਿਰ ਪਿਸ਼ੌਰ ਦਾ ਸੂਬੇਦਾਰ ਸੀਗਾ। ਆਖੋ ਵਾਹਿਗੁਰੂ। ਜਿਵੇਂ ਲੱਲਾ ਬੇਗ ਕਾਬਲ ਦਾ ਸੂਬਾ ਸੀਗਾ, ਇਹ ਪਿਸ਼ੌਰ ਦਾ ਸੂਬਾ ਸੀਗਾ ਕਾਲੇ ਖਾਂ। ਹਾਂਜੀ। ਸੈਨਾ ਸੰਗ 50,000 ਤੇ 50,000 ਫੌਜ ਨੇ ਰੱਖੀ ਸੀ। ਜਿਹਦੇ ਕੋਲ 50,000 ਫੌਜ ਹੋਵੇ ਉਹ ਬੜਾ ਵੱਡਾ ਰਾਜਾ ਮੰਨਿਆ ਜਾਂਦਾ ਜੀ। 50,000 ਫੌਜ
ਇਹਦੇ ਕੋਲ ਸੀ। ਤਿੰਨ ਸੁਨ ਕੈ ਉਰ ਬਿਖੈ ਵਿਚਾਰਾ। ਜਦੋਂ ਕਾਲੇ ਖਾਂ ਨੇ ਬਾਦਸ਼ਾਹ ਦੀਆਂ ਗੱਲਾਂ ਸੁਣੀਆਂ ਤੇ ਕਾਲੇ ਖਾਂ ਨੇ ਵਿਚਾਰ ਕੀਤੀ। ਭਰਾਤ ਮਰੇ ਕੋ ਬੈਰ ਸੰਭਾਰਾ। ਉਹ ਵੀ ਮਨਮੁਖ ਸੀਗਾ ਜੀ, ਵੈਰ ਆਪਣੇ ਮਨ 'ਚ ਰੱਖੀ ਬੈਠਾ ਸੀਗਾ, ਵੈਰ ਕੱਢਿਆ ਨਹੀਂ ਸੀ ਉਹਦੇ ਮਨ 'ਚੋਂ। ਉਹਦੇ ਮਨ 'ਚ ਸੀ ਵੀ ਮੇਰੇ ਭਰਾ ਨੂੰ ਗੁਰੂ ਸਾਹਿਬ ਨੇ ਮਾਰਿਆ। ਹਾਂਜੀ, ਤਿਸ ਕੋ ਪਲਟਾ ਮੈਂ ਨਹਿ ਲੀਨੋ। ਤੇ ਉਹਦਾ ਅਜੇ ਤੱਕ ਮੈਂ ਬਦਲਾ ਨਹੀਂ ਲਿਆ। ਹਾਂਜੀ, ਖਾਨ ਬਰਿੰਦ ਸਭ ਭਖ ਹੈ ਹੀਨੋ। ਤੇ ਸਾਰੇ ਪਠਾਣਾਂ ਨੂੰ ਮੈਨੂੰ ਸਾਰੇ ਮਾੜਾ ਕਹਿੰਦੇ ਆ ਵੀ ਤੇਰੇ ਭਰਾ ਨੂੰ ਗੁਰੂ ਨੇ ਮਾਰਿਆ ਤੇ ਤੂੰ ਕੀ ਕੀਤਾ। ਲੋਕ ਮੈਨੂੰ ਗੱਲਾਂ ਕਰਦੇ ਆ। ਹਾਂਜੀ, ਅਬ ਅਵਕਾਸ਼ ਭਲੋ ਮੁਝ ਭਾਵੈ। ਤੇ ਹੁਣ ਮੇਰੇ ਕੋਲ ਚੰਗਾ ਟਾਈਮ ਹੈ। ਅਸਲ 'ਚ ਕੋਈ ਕਾਲੇ ਖਾਂ ਦਾ ਵੀ ਕਰਮ ਹੀ ਅੱਗੇ ਆ ਗਿਆ ਜੀ। ਆਖੋ ਵਾਹਿਗੁਰੂ। ਹੁਣ ਇਹਨੂੰ ਕੀ ਕਵਾਂਗੇ ਵੀ ਮਾੜਾ ਆਇਆ ਕਿ ਚੰਗਾ ਆਇਆ। ਮਾੜਾ ਇਸ ਕਰਕੇ ਵੀ ਮਹਾਰਾਜ ਉੱਤੇ ਚੜ੍ਹਾਈ ਕਰਨ ਦਾ ਫੁਰਨਾ ਬਣਾ ਰਿਹਾ। ਚੰਗਾ ਇਸ ਕਰਕੇ ਵੀ ਜਦੋਂ ਇਹਨੇ ਮਰਨਾ, ਗੁਰੂ ਹਰਗੋਬਿੰਦ ਸਾਹਿਬ ਨੇ ਸਾਹਮਣੇ ਹੋਣਾ ਤੇ ਮਹਾਰਾਜ ਨੇ ਇਹਦੇ ਦੋ ਟੋਟੇ ਕਰਨੇ ਆ। ਚੰਗਾ ਇਸ ਕਰਕੇ ਹੈ। ਇਹਨੂੰ ਤਾਂ ਘੋੜੇ ਸਮੇਤ ਵੱਢਣਗੇ ਮਹਾਰਾਜ ਕਾਲੇ ਖਾਂ ਨੂੰ। ਸੋ ਕਾਲੇ ਖਾਂ ਆਪਣੇ ਮਨ 'ਚ ਗੱਲਾਂ ਸੋਚਦਾ। ਅਬ ਅਵਕਾਸ਼ ਭਲੋ ਮੁਝ ਭਾਵੈ। ਵੀ ਹੁਣ ਮੌਕਾ ਹੈ। ਹਾਂਜੀ, ਗਾਹੋਂ ਗੁਰੂ ਕੋ ਸ਼ਾਹ ਪਠਾਵੈ। ਤੇ ਬਾਦਸ਼ਾਹ ਦੇ ਭੇਜਣ ਤੇ ਜੇ ਬਾਦਸ਼ਾਹ ਮੈਨੂੰ ਭੇਜ ਦਵੇ ਤੇ ਮੈਂ ਮਹਾਰਾਜ ਨੂੰ ਫੜ ਕੇ ਲੈ ਆਵਾਂਗਾ। ਇੱਕ ਤਾਂ ਹਜ਼ਰਤ ਕਾਰਜ ਹੈ। ਇੱਕ ਤਾਂ ਬਾਦਸ਼ਾਹ ਦਾ ਕੰਮ ਹੈ। ਹਾਂਜੀ, ਦੁਤੀਏ ਜਸ ਮੇਰੋ ਜਗ ਰਹੈ। ਇੱਕ ਬਾਦਸ਼ਾਹ ਦਾ ਕੰਮ ਹੋਵੇਗਾ, ਦੂਜਾ ਦੁਨੀਆ 'ਚ ਮੇਰੀ ਵਾਹ ਵਾਹ ਹੋ ਜਾਏਗੀ। ਬਸ ਵਾਹ ਵਾਹ ਦਾ ਹੀ ਚੱਕਰ ਹੈਗਾ। ਆਖੋ ਵਾਹਿਗੁਰੂ। ਵਾਹ ਵਾਹ ਦਾ ਚੱਕਰ ਹੈਗਾ ਸਾਰਾ। ਹਾਂਜੀ, ਤ੍ਰਿਤੀਏ ਪਲਟਾ ਮੁਗਲਸ ਖਾਨ। ਤੀਜਾ ਮੁਗਲਸ ਖਾਨ ਦਾ ਬਦਲਾ ਵੀ ਮੈਂ ਲੈ ਲਵਾਂਗਾ। ਹਿਮ ਮੇਰੋ ਹੋਏ ਕਾਜ ਮਹਾਨ। ਤੇ ਮੇਰਾ ਕੰਮ ਵੀ ਬਣ ਜਾਏਗਾ। ਹਾਂਜੀ, ਉਠ ਕਰ ਜੋਰਤ ਬੋਲਿਓ ਸੋਏ। ਇਹ ਫਿਰ ਕਾਲੇ ਖਾਂ ਉੱਠਿਆ, ਉੱਚਾ ਲੰਮਾ ਜਵਾਨ ਸੀਗਾ ਜੀ। ਉੱਠ ਕੇ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿੰਦਾ, ਹਜ਼ਰਤ ਹੁਕਮ ਮੋਹੇ ਕਉ ਹੋਏ। ਕਹਿੰਦਾ ਬਾਦਸ਼ਾਹ ਮੈਨੂੰ ਹੁਕਮ ਕਰੋ, ਮੈਂ ਜਾਣਾ। ਹਾਂਜੀ, ਸੈਨਾ ਸਕਲ ਜੰਗ ਕਰ ਘੈ ਹੈ। ਮੈਂ ਜੰਗ ਕਰਾਂਗਾ। ਕਹਿੰਦਾ ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਜੰਗ ਕਰਾਂਗਾ, ਮੈਂ ਫੌਜ ਮਾਰਾਂਗਾ ਸਾਰੀ। ਹਰ ਗੋਬਿੰਦ ਜੀਵਤ ਗਹਿਲਾ ਹੈ। ਤੇ ਵੇਖੋ ਕਮਾਲ ਦੀ ਗੱਲ ਹੈਗੀ ਹੈ। ਮੱਛਰ ਪਹਾੜ ਨੂੰ ਫੜਨ ਦਾ ਫੁਰਨਾ ਬਣਾਉਂਦੇ ਆ ਜੀ। ਹੋ ਸਕਦਾ ਹੈ ਜੀ। ਕਾਲੇ ਖਾਂ ਡੀਂਗਾ ਮਾਰਦਾ। ਇਹ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਸਤਿਗੁਰੂ ਦੇ ਸਾਹਮਣੇ ਹੋਇਆ ਆ ਕੇ। ਕਹਿੰਦਾ ਮੈਂ ਮਹਾਰਾਜ ਨੂੰ ਜਿੰਦਿਆਂ ਲੈ ਕੇ ਆਵਾਂਗਾ। ਨਿਕਟ ਆਪ ਕੇ ਜਦ ਹਮ ਲਿਆਵੈ। ਭਰਾਤ ਮਰੇ ਕੀ ਕਰਕ ਮਿਟਾਵੈ। ਫਿਰ ਮੇਰੀ ਪੀੜ ਦੂਰ ਹੋਏਗੀ। ਮੇਰਾ ਭਰਾ ਮਾਰਿਆ ਸੀ, ਮੇਰੀ ਪੀੜ ਫਿਰ ਦੂਰ ਹੋਏਗੀ ਜੇ ਮੈਂ ਹਰਗੋਬਿੰਦ ਸਾਹਿਬ ਨੂੰ ਜਿੰਦਿਆਂ ਲੈ ਕੇ ਆਵਾਂਗਾ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਿਹੜਾ ਝੱਲੇ ਗੁਰੂ ਦੀ ਝਾਲਾ। ਇਹ ਕੀ ਚੀਜ਼ ਹੈਗਾ ਜੀ। ਹਾਂਜੀ, ਭਰਿਓ ਹਿਰਦਾ ਰਿਸ ਜਵਾਲ ਪ੍ਰਕਾਸ਼ੀ। ਸੋ ਇਹਦਾ ਹਿਰਦਾ ਬੜਾ ਭਰਿਆ ਗੁੱਸੇ ਵਿੱਚ ਜੀ। ਜਿਹਦੇ ਗੁੱਸਾ ਜਿਹਦੇ ਅੰਦਰ ਭਰਿਆ ਹੋਵੇ ਪਤਾ ਤਾਂ ਲੱਗ ਹੀ ਜਾਂਦਾ ਜੀ। ਹਾਂਜੀ, ਸੋ ਸਭ ਗੁਰ ਪਰ ਕਰਵ ਨਿਵਾਸੀ। ਉਹ ਕਹਿੰਦਾ ਮੈਂ ਹੁਣ ਮਹਾਰਾਜ ਤੇ ਕੱਢਾਂਗਾ। ਹਾਂਜੀ, ਤਿਸ ਦਿਨ ਸੁਪ ਤੋਂ ਨੀਂਦ ਸੁਖਾਰੀ। ਕਾਲੇ ਖਾਂ ਕਹਿੰਦਾ ਹੁਣ ਤੇ ਮੈਂ ਸੁੱਖ ਦੀ ਨੀਂਦ ਉਦੋਂ ਹੀ ਸੌਵਾਂਗਾ। ਹਰ ਗੋਬਿੰਦ ਗਹਿ ਹੋ ਕੇ ਮਾਰੀ। ਮਹਾਰਾਜ ਨੂੰ ਜਾਂ ਫੜਾਂਗਾ ਤੇ ਜਾਂ ਜੰਗ 'ਚ ਮਾਰਾਂਗਾ। ਕਹਿੰਦਾ ਸੁੱਖ ਦੀ ਨੀਂਦ ਉਦੋਂ ਹੀ ਸੌਵਾਂਗਾ। ਤੇ ਕਾਹਦੀ ਸੁੱਖ ਦੀ ਨੀਂਦ ਹੋਣੀ ਹੈ ਜਦੋਂ ਟੋਟੇ ਹੀ ਦੋ ਹੋ ਗਏ। ਜਦੋਂ ਦੋ ਟੋਟੇ ਹੀ ਹੋ ਗਏ ਤੇ ਫਿਰ ਕਾਹਦੀ ਨੀਂਦ ਰਹਿ ਗਈ। ਹਾਂਜੀ, ਸੁਨਤ ਸ਼ਾਹੋ ਤਬ ਹਰਖ ਵਧਾਵੈ। ਉਹ ਬਾਦਸ਼ਾਹ ਬੜਾ ਖੁਸ਼ ਹੋਇਆ ਜੀ ਵੀ ਆਹ ਗੱਲ ਆ ਮੇਰੇ ਮਤਲਬ ਦੀ ਕੀਤੀ ਇਹਨੇ। ਬਾਦਸ਼ਾਹ ਕਿਹੜਾ ਘੱਟ ਹੈ, ਉਹ ਵੀ ਮਨਮੁਖ ਹੈ। ਪੁਰਾਣੇ ਵੈਰ ਤੇ ਉਹ ਵੀ ਮਨ 'ਚ ਰੱਖੀ ਬੈਠਾ ਜੀ। ਹਾਂਜੀ, ਕਾਲੇ ਖਾਂ ਇਮ ਹੀ ਬਨ ਆਵੈ। ਕਹਿੰਦਾ ਹਾਂ ਹਾਂ ਕਾਲੇ ਖਾਂ ਤੈਨੂੰ ਇੰਝ ਹੀ ਕਰਨਾ ਚਾਹੀਦਾ। ਪੈਂਦ ਖਾਨ ਕੇ ਸੰਗ ਸਿਧਾਵੋ। ਸੋ ਪੈਂਦੇ ਖਾਂ ਦੇ ਨਾਲ ਜਾ। ਸਜਹੁ ਸੈਨ ਦੁੰਧਪ ਬਜਵਾਵੋ। ਤੇ ਕਹਿੰਦਾ ਪੈਂਦੇ ਖਾਂ ਦੇ ਨਾਲ ਜਾ ਤੇ ਫੌਜਾਂ ਵੀ ਲੈ ਜਾ ਸਾਰੀਆਂ। 50,000 ਤੇ ਕੱਲੀ ਇਹਦੀ ਫੌਜ ਹੋਣੀ ਹੈ ਸਾਧ ਸੰਗਤ ਦੀ। ਹਾਂਜੀ,
ਇਮ ਸੁਨ ਕਾਲੇ ਖਾਂ ਹਰ ਖਾਇਓ। ਇਹ ਸੁਣ ਕੇ ਕਾਲੇ ਖਾਂ ਵੀ ਬੜਾ ਖੁਸ਼ ਹੋਇਆ ਵੀ ਵੇ ਮੇਰੇ ਤੇ ਮਤਲਬ ਦੀ ਗੱਲ ਬਣ ਗਈ। ਇਹ ਨਹੀਂ ਪਤਾ ਵੀ ਉੱਥੇ ਕੀ ਬਣਨਾ ਜਾ ਕੇ। ਕਰ ਸਲਾਮ ਕੋ ਸੀਸ ਝੁਕਾਇਓ। ਸਲਾਮ ਕੀਤਾ, ਸਿਰ ਝੁਕਾਇਆ। ਨਗਨ ਤੇਗ ਵਿੱਚ ਸਭਾ ਉਠਾਈ। ਤੇ ਸਾਧ ਸੰਗਤ ਜੀ ਸਭਾ ਦੇ ਵਿੱਚ ਫਿਰ ਪਾਨ ਦਾ ਬੀੜਾ ਵੀ ਚੁੱਕਣਾ ਸੀ ਨਾ ਇਹਨੇ। ਇਹ ਹੁੰਦਾ ਸੀ ਜਦੋਂ ਨੰਗੀ ਤਲਵਾਰ ਚੁੱਕਣਾ, ਇਹਦਾ ਭਾਵ ਇਹ ਆ ਵੀ ਮੈਂ ਜਾ ਕੇ ਲੜਾਂਗਾ। ਸੋ ਇਹਨੇ ਬਾਦਸ਼ਾਹ ਨੇ ਅੱਗੇ ਨਗਨ ਤਲਵਾਰ ਰਖਾਈ ਸੀਗੀ, ਇਹਨੇ ਉਹਨੂੰ ਚੁੱਕਿਆ ਪਾਨਨ ਬੀਰਾ ਲੀਨ ਚਬਾਈ। ਤੇ ਪਾਨ ਦਾ ਬੀੜਾ ਚੁੱਕ ਕੇ ਉਹਨੂੰ ਚਬਾਇਆ ਜੀ। ਆਖੋ ਵਾਹਿਗੁਰੂ। ਉਂਝ ਨਾ ਆਪਾਂ ਇੱਕ ਗੱਲ ਰੱਖਿਆ, ਪੱਕ ਕੇ ਰੱਖੀਏ ਜੀ। ਪਤਾ ਕੀ, ਕਦੀ ਵਿਹਾਰਕ ਜੀਵਨ ਵਿੱਚ ਆਪਣੇ ਜੀਵਨ 'ਚ ਇਹ ਨਹੀਂ ਕਹਿਣਾ ਵੀ ਤੂੰ ਬੀੜਾ ਚੁੱਕਿਆ, ਇਹ ਨਹੀਂ ਕਹਿਣਾ। ਉਹ ਸਿੱਧੀ ਗੱਲ ਪਾਨ ਤੇ ਜਾਂਦੀ ਹੈ, ਪਾਨ ਦੇ ਬੀੜੇ ਦੀ। ਤੇ ਮਹਾਰਾਜ ਦਾ ਤੇ ਘੋੜਾ ਵੀ ਉਸ ਖੇਤ 'ਚ ਨਹੀਂ ਸੀ ਗਿਆ ਜੀ। ਇਹ ਬੋਲੀ ਨਹੀਂ ਬੋਲਣੀ। ਸਾਨੂੰ ਕਈ ਵਾਰੀ ਅਰਥ ਨਹੀਂ ਪਤਾ ਹੁੰਦਾ, ਅਸੀਂ ਐਵੇਂ ਉੱਦਾਂ ਕਹਿ ਦੋ ਵੀ ਤੂੰ ਜ਼ਿੰਮੇਵਾਰੀ ਲਈ ਹੈ। ਹਾਂਜੀ, ਬੀੜਾ ਚੁੱਕਣ ਵਾਲੀ ਗੱਲ ਨਹੀਂ ਕਰਨੀ। ਸੋ ਇਹ ਉਹਨੇ ਬੀੜਾ ਚੁੱਕਿਆ, ਪਾਨ ਚਬਾਇਆ, ਤਲਵਾਰ ਫੜ ਲਈ। ਪਿਖ ਉਤਸ਼ਾਹ ਸ਼ਾਹੋ ਕਿਸ ਕਾਲਾ। ਬਾਦਸ਼ਾਹ ਨੇ ਬੜਾ ਉਤਸ਼ਾਹ ਕੀਤਾ ਵੀ ਚਲੋ ਚੰਗਾ ਹੋ ਗਿਆ। ਅੱਗੇ ਵੀ ਇਹਨੇ ਲੱਲਾਂ ਬੇਗ ਕੋ ਬੀੜਾ ਚੁਕਵਾਇਆ ਸੀ, ਉਹਨੂੰ ਵੀ ਮਰਵਾਇਆ। ਹੁਣ ਕਾਲੇ ਖਾਂ ਨੇ ਚੁੱਕ ਲਿਆ ਜੀ। ਹਾਂਜੀ, ਸਿਰੇ ਪਾਓ ਮੰਗਵਾਏ ਬਿਸਾਲਾ। ਸੋ ਬਾਦਸ਼ਾਹ ਕੀ ਕਰਦਾ ਸੀ ਵੀ ਜਦੋਂ ਇਸ ਤਰ੍ਹਾਂ ਕੋਈ ਬੰਦਾ ਮੁਹਿੰਮ ਤੇ ਜਾਂਦਾ ਸੀ ਨਾ, ਉਹਨੂੰ ਪਹਿਲਾਂ ਹੀ ਸਰੋਪਾ ਦੇ ਕੇ ਤੋਰਦਾ ਸੀਗਾ ਸ਼ਾਬਾਸ਼ੇ ਵਾਸਤੇ। ਤੇ ਜਦੋਂ ਜਿੱਤ ਕੇ ਆਉਂਦਾ ਸੀ ਉਦੋਂ ਤੇ ਬਹੁਤ ਕੁਝ ਦਿੰਦਾ ਸੀ। ਬਾਦਸ਼ਾਹ ਨੇ ਕਾਲੇ ਖਾਂ ਵਾਸਤੇ ਸਰੋਪਾ ਮੰਗਵਾਇਆ। ਜ਼ਰੀ ਬਸਤਰ ਸੁੰਦਰ ਮੁਦ ਧਾਰੇ। ਤੇ ਸਰੋਪੇ ਇਹਨਾਂ ਦੇ ਖਾਸ ਹੁੰਦੇ ਸੀਗੇ, ਬੜੇ ਜਰੀ ਵਾਲਾ ਬੜਾ ਵਧੀਆ ਸਰੋਪਾ ਮੰਗਵਾਇਆ। ਕਲਗੀ ਜਿਗਾ ਜਿਨਹੋਂ ਪਰ ਧਾਰੇ। ਤੇ ਕਲਗੀ ਵੀ ਦਿੱਤੀ, ਜਿਗਾ ਵੀ ਦਿੱਤੀ ਵੀ ਲੈ ਜਰਨੈਲ ਬਣ ਕੇ ਜਾ ਤੇ ਜਾ ਕੇ ਯੁੱਧ ਕਰ। ਕੰਕਨ ਕੰਚਨ ਹੀਰਰ ਜਰੇ। ਦਵੈ ਮੰਗਵਾਏ ਸੋ ਬਖਸ਼ਨ ਕਰੇ। 2 ਸੋਨੇ ਦੇ ਕੰਗਣ ਵੀ ਦਿੱਤੇ ਬਾਦਸ਼ਾਹ ਨੇ। ਐਵੇਂ ਫਲਾਉਣਾ ਕਿ ਬੰਦੇ ਨੂੰ। ਆਖੋ ਵਾਹਿਗੁਰੂ। ਕਾਲੇ ਖਾਂ ਨੂੰ ਫੜਾ ਦਿੱਤਾ, 2 ਸੋਨੇ ਦੇ ਕੰਗਣ ਦਿੱਤੇ ਜਿਨ੍ਹਾਂ 'ਚ ਹੀਰੇ ਲੱਗੇ ਹੋਏ ਸੀਗੇ ਜੀ। ਹਾਂਜੀ, ਕੰਠਾ ਬੜ ਕੀਮਤ ਮੁਕਤਨ ਕੋ। ਇੱਕ ਕੰਠਾ ਦਿੱਤਾ ਜੀ ਜਿਹਦੇ ਵਿੱਚ ਮੋਤੀ ਲੱਗੇ ਹੋਏ ਸਨ, ਬੜਾ ਕੀਮਤੀ ਕੈਂਠਾ ਦਿੱਤਾ ਜੀ। ਉਜਲ ਗੋਲ ਦਿਓ ਪਹਿਰਨ ਕੋ। ਤੇ ਗੋਲ ਕੈਂਠਾ ਬੜਾ ਸੋਹਣਾ ਬਣਿਆ, ਉਹ ਕਾਲੇ ਖਾਂ ਨੂੰ ਦਿੱਤਾ ਵੀ ਸ਼ਾਬਾਸ਼ੇ ਜਾ ਤੇ ਜਾ ਕੇ ਜੰਗ ਕਰ। ਹਾਂਜੀ, ਹੁਤੋ ਮੀਤ ਇੱਕ ਅਬਦੁਲ ਖਾਨ। 1.25 ਲੱਖ। 1.25 ਲੱਖ ਕੋ ਖਿਲਤ ਕਹਾਵੈ। ਲੈ ਕਾਲੇ ਖਾਂ ਉਰਖ ਖਾਵੈ। 1.25 ਲੱਖ ਰੁਪਈਆ ਖਿਲਤ ਬਖਸ਼ਿਸ਼ ਕੀਤੀ। ਆਖੋ ਵਾਹਿਗੁਰੂ। ਵਾਹਿਗੁਰੂ। ਪੈਸੇ ਦਿੱਤੇ ਨਾਲ 1.25 ਲੱਖ ਵੀ ਤੂੰ ਜੰਗ ਕਰਨ ਜਾਣਾ, ਰਸਤੇ 'ਚ ਨਾ ਲੋੜ ਪਵੇ। 1.25 ਲੱਖ ਰੁਪਈਆ ਦਿੱਤਾ ਨਾਲ। ਹੁਣ ਸਰੋਪਾ ਦਿੱਤਾ, ਕੈਂਠਾ ਦਿੱਤਾ, ਕੰਗਣ ਦਿੱਤੇ, 1.25 ਲੱਖ ਰੁਪਈਆ ਦਿੱਤਾ। ਕਾਲੇ ਖਾਂ ਬੜਾ ਖੁਸ਼ ਹੋਇਆ ਜੀ। ਹਾਂਜੀ, ਹਜ਼ਰਤ ਹੋਏ ਪ੍ਰਸੰਨ ਜਬ ਦੀਨਾ। ਸਭ ਉਮਰਾਵਨ ਹੇਰਨ ਕੀਨਾ। ਹੁਣ ਜਦੋਂ ਵੇਖਿਆ ਸਾਰੇ ਵਜ਼ੀਰਾਂ ਨੇ ਵੀ ਬਾਦਸ਼ਾਹ ਬੜਾ ਖੁਸ਼ ਹੋਇਆ ਕਾਲੇ ਖਾਂ ਤੇ। ਬਾਦਸ਼ਾਹ ਖੁਸ਼ ਹੋਇਆ, 1.25 ਲੱਖ ਰੁਪਈਆ ਦਿੱਤਾ, ਸੋਨੇ ਦੇ ਗਹਿਣੇ ਦੇ ਦਿੱਤੇ ਹੈ, ਬੜਾ ਕੀਮਤੀ ਸਰੋਪਾ ਦਿੱਤਾ ਹੈ। ਤੇ ਇੱਕ ਗੱਲ ਕੁਦਰਤੀ ਹੈ, ਜਦੋਂ ਕਿਸੇ ਨੂੰ ਸਰੋਪਾ ਪੈਂਦਾ ਹੋਵੇ ਨਾ ਤੇ ਵਿੱਚੋਂ ਹੋਰਨਾਂ ਦਾ ਵੀ ਜੀ ਕਰ ਆਉਂਦਾ ਵੀ ਸਾਨੂੰ ਵੀ ਮਿਲੇ। ਆਖੋ, ਗੱਜ ਕੇ ਆਖੋ ਨਾ ਸਾਰੇ। ਹੋਰਨਾਂ ਦਾ ਵੀ ਫੁਰਨਾ ਬਣ ਜਾਂਦਾ ਵੀ ਸਾਨੂੰ ਵੀ ਮਿਲੇ। ਇਸੇ ਤਰ੍ਹਾਂ ਹੁਤੋ ਮੀਤ ਇੱਕ ਅਬਦੁਲ ਖਾਨ। ਉੱਥੇ ਹੀ ਸਭਾ ਦੇ ਵਿੱਚ ਅਬਦੁਲ ਖਾਨ ਜਿਹਦੇ ਨਾਲ ਦੂਸਰਾ ਜੰਗ ਹੋਇਆ ਸੀ 6ਵੇਂ ਪਾਤਸ਼ਾਹ ਦਾ, ਸ੍ਰੀ ਹਰਗੋਬਿੰਦਪੁਰ, ਉਹਦਾ ਇੱਕ ਯਾਰ ਬੈਠਾ ਸੀ, ਦੋਸਤ ਬੈਠਾ ਸੀ। ਖੋਜਾ ਅਨਵਰ ਨਾਮ ਬਖਾਨ। ਉਹਦਾ ਨਾਮ ਸੀਗਾ ਅਨਵਰ ਖਾਂ। ਖੋਜਾ ਅਨਵਰ ਵੀ ਕਹਿੰਦੇ ਸੀਗੇ। ਹਾਂਜੀ, 3 ਭੀ ਦੇਖਤ ਚੌਂਪ ਬਡਾਈ। ਉਹਨੇ ਵੇਖਿਆ ਵੀ ਕਾਲੇ ਖਾਂ ਨੂੰ ਬੜਾ ਸਰੋਪਾ ਮਿਲਿਆ ਤੇ ਮੈਂ ਵੀ ਲਵਾਂ ਇਹੋ ਜਿਹਾ ਸਰੋਪਾ। ਹਾਂਜੀ, ਚਾਹੀ ਗੁਰੂ ਪਰ ਕਰਨ ਚੜਾਈ। ਤੇ ਸਰੋਪੇ ਦੇ ਚੱਕਰ ਵਿੱਚ ਹੀ ਉਹਨੇ ਮਹਾਰਾਜ ਉੱਤੇ ਚੜਾਈ ਕਰਨ ਦਾ ਫੁਰਨਾ ਬਣਾ ਲਿਆ ਵੀ ਮੈਂ ਵੀ ਚੜਾਈ ਕਰ ਜਾਂਦਾ ਨਾਲ। ਹਾਂਜੀ, 2000 ਪ੍ਰਤਨਾ ਕੋ ਮਾਲਿਕ। ਉਹਦੇ ਕੋਲ 2000 ਫੌਜ ਸੀਗੀ ਜੀ।
ਅਨਵਰ ਖਾਨ ਦੀ ਨਾ 2000 ਫੌਜ ਸੀਗੀ। ਹਾਂਜੀ, ਬੈਰ ਸੰਭਾਰ ਖਰਿਓ ਤਤਕਾਲਕ, ਉਹ ਵੀ ਫਿਰ ਖੜਾ ਹੋਇਆ ਜੀ ਵੈਰ ਨੂੰ ਚੇਤੇ ਕਰਕੇ। ਜਿਤੇ ਵਕੀਲ ਸ਼ਾਹ ਕੇ ਜਾਨੋ, ਤਿੰਨ ਸਭ ਕੋ ਸਿਰ ਮੌਰ ਪਛਾਨੋ। ਜਿਹੜਾ ਅਨਵਰ ਖਾਨ ਸੀ ਨਾ, ਇਹ ਬਾਦਸ਼ਾਹ ਦਾ ਵਕੀਲ ਸੀਗਾ ਜੀ। ਬਾਦਸ਼ਾਹਾਂ ਕੋਲ ਵਿਦਵਾਨ ਵੀ ਬੜੇ ਹੁੰਦੇ ਆ, ਜਰਨੈਲ ਵੀ ਬੜੇ ਹੁੰਦੇ ਤੇ ਵਕੀਲ ਵੀ ਬੜੇ ਹੁੰਦੇ ਜੀ। ਇਹ ਬਾਦਸ਼ਾਹ ਦਾ ਵਕੀਲ ਸੀਗਾ ਤੇ ਸਾਰਿਆਂ ਵਿੱਚੋਂ ਸ਼੍ਰੋਮਣੀ ਸੀਗਾ, ਬੜਾ ਸਿਆਣਾ ਸੀ, ਬਾਦਸ਼ਾਹ ਦੀ ਸਲਾਹ ਲੈਂਦਾ ਹੁੰਦਾ ਸੀ। ਹਾਂਜੀ, ਹਜ਼ਰਤ ਹੁਕਮ ਆਪ ਕੋ ਪਾऊं। ਅਨਵਰ ਖਾਨ ਕਹਿੰਦਾ ਬਾਦਸ਼ਾਹ ਮੈਨੂੰ ਵੀ ਹੁਕਮ ਕਰੋ, ਪੈਨ ਖਾਂਦ ਕੇ ਸੰਗ ਸਿਧਾਊ। ਮੈਂ ਵੀ ਪੈਂਦੇ ਖਾਨ ਦੇ ਨਾਲ ਜਾਣਾ ਚਾਹੁੰਦਾ ਹਾਂ। ਅਬਦੁਲ ਖਾਨ ਮੀਤ ਮਮ ਮਾਰਾ। ਬਾਦਸ਼ਾਹ ਕਹਿੰਦਾ ਵੀ ਤੂੰ ਕਿਉਂ ਜਾਣਾ ਚਾਹੁੰਦਾ? ਤੇ ਅਨਵਰ ਖਾਨ ਕਹਿੰਦਾ ਜੀ ਉਹ ਜਿਹੜਾ ਦੂਜੀ ਜੰਗ ਹੋਈ ਸੀਗੀ, ਅਬਦੁਲ ਖਾਨ ਮਰਿਆ, ਉਹ ਮੇਰਾ ਦੋਸਤ ਸੀਗਾ। ਕਹਿੰਦਾ ਹਾਂਜੀ, ਆਹ ਕਰਜ਼ ਸਿਰ ਕਰੋ ਉਤਾਰਾ। ਮੇਰੇ ਸਿਰ ਤੇ ਵੀ ਕਰਜ਼ਾ ਹੈਗਾ ਯਾਰੀ ਦਾ, ਮੈਂ ਲਾਉਣਾ ਚਾਹੁੰਦਾ। ਹਾਂਜੀ, ਦਾਵ ਭੇਤ ਬੁੱਧ ਕੇ ਉਪਜਾਏ। ਤੇ ਮੇਰੇ ਕੋ ਦਾ ਪੇਚ ਬੜੇ ਆ। ਆਖੋ ਵਾਹਿਗੁਰੂ। ਚੇਤਾ ਰੱਖਿਓ, ਮਾਰ ਵੀ ਉਹੋ ਹੀ ਬੰਦਾ ਖਾਂਦਾ ਜਿਹੜਾ ਇਹ ਕਵੇ ਵੀ ਮੇਰੇ ਕੋ ਦਾ ਪੇਚ ਬਣੇ ਹੈ, ਮੈਨੂੰ ਬੜੇ ਦਾ ਪੇਚ ਆਉਂਦੇ ਆ। ਉਹ ਜ਼ਿਆਦਾ ਮਾਰ ਖਾਂਦਾ। ਕੋਈ ਨਹੀਂ, ਆਪਾਂ ਬਚ ਜਾਣਾ, ਆਪਾਂ ਦਾ ਲਾ ਲੈਣਾ। ਨਹੀਂ ਸਾਧ ਸੰਗਤ ਜੀ, ਇੱਥੇ ਤੇ ਕਿਰਪਾ ਹੀ ਚੱਲਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਮੇਰੇ ਕੋ ਬੜੇ ਦਾ ਪੇਚ ਨੇ, ਮੈਂ ਕਾਲੇ ਖਾਨ ਦੀ ਮਦਦ ਕਰਾਂਗਾ। ਕਾਲੇ ਖਾਂ ਕੋ ਬਨੋ ਸਹਾਏ। ਮੈਂ ਕਾਲੇ ਖਾਨ ਨੂੰ ਦੱਸਾਂਗਾ ਇੰਜ ਮਾਰ ਇੰਜ ਕਰ। ਹਾਂਜੀ, 5000 ਕੋ ਸਿਰ ਪਾਏ। ਹਾਂਜੀ। ਹਰਖ ਸ਼ਾਹ ਕਰ ਤਾਹੇ ਦਿਵਾਏ। ਉਹ ਬਾਦਸ਼ਾਹ ਕਹਿੰਦਾ ਵੀ 5000 ਦਾ ਸਰੋਪਾ ਇਹਨੂੰ ਵੀ ਦੇ ਦਿਓ। ਲੈਣਾ ਤੇ ਇਹਨੇ ਵੀ ਸਰੋਪਾ ਹੀ ਸੀਗਾ, ਤੇ ਅਸਲੀ ਸਰੋਪਾ ਤੇ ਜੰਗ ਦੇ ਮੈਦਾਨ 'ਚ ਪਾਉਣਗੇ ਮਹਾਰਾਜ, ਫਿਰ ਪਤਾ ਲੱਗੂਗਾ। ਹਾਂਜੀ, ਜਿਉਂ ਕਿਉਂ ਕਰ ਗੁਰ ਕੋ ਗਹਿ ਆਨੋ। ਕਹਿੰਦਾ ਹੁਣ ਜਿਵੇਂ ਕਿਵੇਂ ਵੀ ਆ, 2 ਜਣੇ ਚੱਲੇ ਹੋ, ਮਹਾਰਾਜ ਨੂੰ ਲੈ ਕੇ ਆਇਓ। ਲਰਤ ਬਾਹਨੀ ਰਨ ਕਰ ਹਾਨੋ। ਸਾਰੀ ਫੌਜ ਮਾਰ ਦਿਓ। ਸਹਿਤ ਦਮਾਦ ਜੋ ਪੈਂਦੇ ਖਾਨ। ਤੇ ਉਧਰੋਂ ਪੈਂਦੇ ਖਾਨ ਨੇ ਵੀ ਮੂੰਹ ਸਵਾਰਿਆ ਜੀ। ਆਖੋ ਵਾਹਿਗੁਰੂ। ਵੀ ਸਰੋਪਾ ਮੈਨੂੰ ਵੀ ਮਿਲ ਹੀ ਜਾਵੇ ਤੇ ਚੰਗਾ। ਸਰੋਪੇ ਨੂੰ ਦੇਣ ਦਿਆ, ਉਹ ਤੋਰਨ ਦਿਆ ਜੰਗ ਤੇ। ਪੈਂਦੇ ਖਾਂ ਤੇ ਪੈਂਦੇ ਖਾਂ ਦੇ ਜਵਾਈ ਸਿਰੋ ਪਾਓ ਤਿੰਨ ਦੇ ਨਨਠਾਨ। ਬਾਦਸ਼ਾਹ ਨੇ ਸੋਚਿਆ ਵੀ ਇਹਨਾਂ ਨੂੰ ਵੀ ਸਰੋਪਾ ਦੇ ਕੇ ਤੋਰੀਏ, ਇਹਨਾਂ ਨੇ ਵੀ ਮੁਹਿੰਮ ਤੇ ਜਾਣਾ। ਹਾਂਜੀ, ਦੇਸਨ ਮਾਨ ਬਿਦਾ ਸਭ ਕਰੇ। ਸੋ ਪੈਂਦੇ ਖਾਂ ਨੂੰ ਵੀ ਇੱਕ ਸਰੋਪਾ ਦਿੱਤਾ ਕੀਮਤੀ, ਤੇ ਇੱਕ ਦਿੱਤਾ ਸਾਧ ਸੰਗਤ ਜੀ ਉਹਦੇ ਜਵਾਈ ਨੂੰ, ਤੇ ਵਿਦਾ ਕੀਤਾ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਆ ਆਪਾਂ ਸਾਰੇ। ਮਹਾਰਾਜ ਕਹਿੰਦੇ ਕਿਸੇ ਸਾਕਤ ਦੇ ਕੋਲੋਂ ਸਰੋਪਾ ਵੀ ਮਿਲੇ ਨਾ, ਰੱਬ ਤੋਂ ਟੁੱਟਿਆ ਹੋਇਆ ਬੰਦਾ, ਉਹ ਜੇ ਤੁਹਾਨੂੰ ਸਰੋਪਾ ਵੀ ਦੇਵੇ ਤਾਂ ਉਹਦਾ ਸਰੋਪਾ ਸਰੋਪਾ ਨਹੀਂ ਹੈਗਾ। ਸਰੋਪੇ ਦਾ ਅਰਥ ਹੁੰਦਾ ਸਿਰ ਤੋਂ ਪੈਰਾਂ ਤੱਕ, ਸਿਰੋਂ ਪਾ, ਸਿਰ ਤੋਂ ਪੈਰਾਂ ਤੱਕ ਇੱਜ਼ਤ ਬੰਦੇ ਦੀ, ਉਹਦਾ ਪਰਦਾ, ਉਹਨੂੰ ਸਰੋਪਾ ਕਹਿੰਦੇ ਆ। ਤੇ ਚੇਤਾ ਰੱਖਿਓ, ਬਾਣੀ ਵਿੱਚ ਬਚਨ ਲਿਖਿਆ, ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਉ ਰੇਸ਼ਮੀ ਪਹਿਰਤ ਪਤ ਖੋਈ। ਇਹਦਾ ਕੀ ਭਾਵ ਹੈ? ਕਹਿੰਦੇ ਭਗਤਾਂ ਦਾ ਛੋਟੀ ਜਿਹੀ ਟਾਕੀ ਵੀ ਦੇ ਦੇਣਾ ਭਗਤ। ਆਖੋ ਵਾਹਿਗੁਰੂ। ਵਾਹਿਗੁਰੂ। ਰੱਬ ਦੇ ਪਿਆਰੇ ਭਗਤ ਜਨ ਛੋਟੀ ਜਿਹੀ ਟਾਕੀ ਦੇ ਦੇਣ, ਉਹ ਵੀ ਤੁਹਾਡੀ ਇੱਜ਼ਤ ਬਚਾਏਗੀ। ਤੇ ਰੱਬ ਤੋਂ ਟੁੱਟਿਆ ਹੋਇਆ ਬੰਦਾ ਰੇਸ਼ਮੀ ਸਰੋਪਾ ਵੀ ਦਵੇ, ਉਹ ਪਾਲੋ, ਤੁਹਾਡੀ ਇੱਜ਼ਤ ਜਿਹੜੀ ਹੈਗੀ ਉਹ ਵੀ ਚਲੇ ਜਾਏਗੀ। ਸੋ ਸ਼ਾਹਜਹਾਂ ਕੋ ਸਰੋਪੇ ਲੈ ਕੇ ਇਹਨਾਂ ਦੀਆਂ ਕਿਹੜੀਆਂ ਇੱਜ਼ਤਾਂ ਬਚਣੀਆਂ। ਹਾਂਜੀ, ਦੇ ਸਨਮਾਨ ਬਿਦਾ ਸਭ ਕਰੇ। ਇਹਨੇ ਫਿਰ ਸਨਮਾਨ ਦਿੱਤਾ, ਵਿਦਾ ਕੀਤਾ, ਨਿਕਸੇ ਵਹਿਰ ਮੋਦ ਉਰ ਭਰੇ। ਤੇ ਬੜੀ ਖੁਸ਼ੀ ਦੇ ਨਾਲ ਇਹ ਸਾਰੇ ਚੱਲੇ ਹਨ। ਜਬ ਆਪਣੇ ਡੇਰੇ ਮਹਿ ਗਏ। ਜਦੋਂ ਕਾਲੇ ਖਾਂ, ਅਨਵਰ ਖਾਂ, ਪੈਂਦੇ ਖਾਂ ਆਪੋ ਆਪਣੀਆਂ ਥਾਵਾਂ ਤੇ ਗਏ, ਦੁੰਦਪ ਬਜ ਹੈ ਹੁਕਮ ਕੋ ਦਏ। ਬਾਦਸ਼ਾਹ ਨੇ ਨਗਾਰਾ ਵਜਵਾ ਦਿੱਤਾ ਵੀ ਇਥੋਂ ਫੌਜਾਂ
ਕਰਤਾਰਪੁਰ ਸਾਹਿਬ ਜਾਣਗੀਆਂ। ਨਗਾਰਾ ਵਜਾ ਦਿਓ। ਦੋਹਰਾ ਕੁਤਬ ਖਾਨ ਬੈਠਿਓ ਪਿਖਿਓ ਹਜ਼ਰਤ ਆਪਣੇ ਤੀਰ। ਕੁਤਬ ਖਾਂ ਜਲੰਧਰ ਦਾ ਉਹ ਮਾਲਕ ਸੀਗਾ, ਬਾਦਸ਼ਾਹ ਨੇ ਬਣਵਾਇਆ। ਕੁਤਬ ਖਾਂ ਵੀ ਲਾਗੇ ਬੈਠਾ ਸੀਗਾ ਜਦੋਂ ਉਹ ਚੱਲੇ ਸਨ। ਹਾਂਜੀ। ਤੂੰ ਭੀ ਕਰ ਪ੍ਰਸਥਾਨ ਕੋ ਸੁਮਤਵੰਦ ਬੜ ਵੀਰ। ਉਹ ਬਾਦਸ਼ਾਹ ਕਹਿੰਦਾ ਮੁਹਿੰਮ ਵੱਡੀ ਐ, ਅੱਗੇ 3 ਵਾਰ ਹਾਰ ਹੋ ਗਈ ਐ, ਹੁਣ ਨਹੀਂ ਹਾਰ ਖਾਣੀ, ਤੇ ਤੂੰ ਵੀ ਇਹਨਾਂ ਦੇ ਨਾਲ ਜਾ, ਇਹਨਾਂ ਦੀ ਮਦਦ ਕਰ। ਚੌਪਈ ਨਗਰ ਜਲੰਧਰ ਤਾਲਖ ਤੇਰੇ। ਜਲੰਧਰ ਦਾ ਤੂੰ ਸੂਬਾ ਹੈ, ਜਲੰਧਰ ਤੇਰੇ ਅਧੀਨ ਹੈ ਸਾਰਾ। ਦੇਹੋ ਲਸ਼ਕਰ ਉਤਸ਼ਾਹ ਕਨੇਰੇ। ਤੇ ਤੂੰ ਆਪਣੀ ਫੌਜ ਦੇ ਇਹਨਾਂ ਨੂੰ, ਤੇਰੀ ਫੌਜ ਵੀ ਨਾਲ ਲੜੇ। ਸਭ ਕੀ ਸੁਧ ਲਿਹੋ ਦੇਖੋ ਜੰਗ। ਤੇ ਨਾਲੇ ਤੇਰੇ ਇਲਾਕੇ 'ਚ ਜੰਗ ਹੋਣੀ ਹੈ, ਤੇ ਖਬਰਸਾਰ ਲਵੀਂ ਸਾਰੀ। ਬਨੋ ਸਹਾਇਕ ਪੈਂਦੇ ਸੰਗ। ਤੇ ਪੈਂਦੇ ਖਾਂ ਦੀ ਤੂੰ ਵੀ ਮਦਦ ਕਰ। ਪੈਂਦੇ ਖਾਂ ਨੂੰ ਲਾਹੌਰ ਲੈ ਕੇ ਹੀ ਕੁਤਬ ਖਾਂ ਆਇਆ ਜੀ। ਹਾਂਜੀ। ਨਿਕਟ ਰਹਿਣ ਤੇ ਤੂੰ ਸਭ ਜਨ ਹੈ। ਕਿਉਂ ਤੇਰਾ ਇਲਾਕਾ ਹੈ, ਤੈਨੂੰ ਸਾਰੀ ਗੱਲ ਪਤਾ, ਉੱਥੋਂ ਦਾ ਭੇਦ ਹੈਗਾ ਜਿੱਥੇ ਜੰਗ ਹੋਣਾ। ਗਹਿਓ ਜਾਏ ਗੁਰ ਤਿਮ ਬਿਦ ਠਨ ਹੈ। ਹਾਂਜੀ। ਆਪਨ ਚਮੂ ਸਭ ਸੰਗ ਰਲਾਵੋ। ਆਪਣੀ ਫੌਜ ਵੀ ਸਾਰੀ ਨਾਲ ਰਲਾ ਲੈ। ਮਿਲ ਕਰ ਕਾਜ ਕਰੋ ਇਤ ਆਵੋ। ਤੇ ਮਿਲ ਕੇ ਛੇਤੀ ਨਾਲ ਮਹਾਰਾਜ ਨੂੰ ਲੈ ਕੇ ਆਓ ਇੱਥੇ। ਆਖੋ ਵਾਹਿਗੁਰੂ। ਇਹ ਨਿੱਕੀਆਂ ਨਿੱਕੀਆਂ ਟਟੀਰੀਆਂ ਕੀ ਕਰਨਗੀਆਂ ਜੀ, ਇਹ ਤੇ ਕੁਛ ਵੀ ਨਹੀਂ ਹੈਗੀਆਂ ਜੀ। ਹਾਂਜੀ। ਸੁਨਤ ਕੁਤਬ ਖਾਨ ਕਹਿ ਕਰ ਬੰਦ। ਕੁਤਬ ਖਾਂ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿੰਦਾ, ਨਿਸ਼ਚੈ ਗਹਿ ਸ਼੍ਰੀ ਹਰਗੋਬਿੰਦ। ਕਹਿੰਦਾ ਜੀ ਚਿੰਤਾ ਨਾ ਕਰੋ, ਅਸੀਂ ਫੜ ਲਾਂਗੇ। ਹਾਂਜੀ। ਪੈਂਦ ਖਾਨ ਜਬ ਤੇ ਉਠ ਆਵਾ। ਹਾਂਜੀ। ਤਬ ਕੋ ਮਹਾ ਭਰੋਸ ਉਪਾਵਾ। ਗੱਜ ਕੇ ਆਖੋ। ਉਹ ਕਹਿੰਦਾ ਜੀ ਪੈਂਦੇ ਖਾਂ ਆ ਗਿਆ ਨਾ ਗੁਰੂ ਦੀਆਂ ਫੌਜਾਂ ਚੋਂ, ਉਹੋ ਹੀ ਵੱਡਾ ਜਰਨੈਲ ਸੀ, ਤੇ ਹੁਣ ਆਪਾਂ ਗੁਰੂ ਉੱਤੇ ਜਿੱਤ ਪ੍ਰਾਪਤ ਕਰ ਲਵਾਂਗੇ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ। ਪੁੰਨ ਲਸ਼ਕਰ ਅਬ ਚੜਿਓ ਬਿਸਾਲਾ। ਕਿਮ ਗੁਰ ਬਚਹਿ ਨਹੀਂ ਇਸ ਕਾਲਾ। ਹਾਂਜੀ। ਜਾਏ ਸੰਗ ਮੈਂ ਦਿਉ ਗਹਾਏ। ਸਭ ਸੈਨਾ ਕੋ ਸੰਗ ਰਲਾਏ। ਕਹਿਣ ਲੱਗਾ ਜੀ ਕੋਈ ਗੱਲ ਨਹੀਂ, ਮੈਂ ਆਪਣੀਆਂ ਫੌਜਾਂ ਤਿਆਰ ਰੱਖਦਾ। ਇਹ ਜਦੋਂ ਫੌਜ ਲੈ ਕੇ ਪਹੁੰਚਣਗੇ, ਮੈਂ ਆਪਣੀ ਫੌਜ ਨਾਲ ਲੜਾ ਦਿਆਂਗਾ। ਹਾਂਜੀ। ਸ਼ਾਹ ਜਹਾਂ ਪ੍ਰਸੰਨ ਬੜ ਹਵੈ ਕੈ। ਬਹੁ ਮੋਲਾ ਸਿਰ ਪਾਓ ਸੋ ਦੇ ਕੈ। ਇੱਕ ਸਰੋਪਾ ਫਿਰ ਸ਼ਾਹਜਹਾਂ ਨੇ ਕੁਤਬ ਖਾਨ ਨੂੰ ਵੀ ਦਿੱਤਾ। ਇਹ ਜਿੰਨਿਆਂ ਨੂੰ ਇਹਨੇ ਸਰੋਪੇ ਦੇਣੇ ਸਭ ਮਰਵਾਊਗਾ ਜੀ ਸਾਰਿਆਂ ਨੂੰ। ਇਹਦੇ ਸਰੋਪੇ ਸਮਝੋ ਕਫਨ ਹੀ ਦੇਣ ਦੇ ਆਏ। ਹਾਂਜੀ। ਕੁਤਬ ਖਾਨ ਕੋ ਦੀਨਸ ਵਿਦਾ। ਸਰੋਪਾ ਦੇ ਕੇ ਇਹਨੇ ਕੁਤਬ ਖਾਨ ਨੂੰ ਵੀ ਵਿਦਾ ਕੀਤਾ। ਹਰਖਤ ਵਹਿਰ ਨਿਕਸ ਕਰ ਤਦਾ। ਤੇ ਸਾਧ ਸੰਗਤ ਜੀ ਬਹੁਤ ਖੁਸ਼ ਹੋਇਆ ਬਾਦਸ਼ਾਹ, ਵੀ ਬੜੇ ਚਿਰ ਦਾ ਮੈਂ ਇਹ ਕੰਮ ਕਰਨਾ ਚਾਹੁੰਦਾ ਸਾਂ, ਹੁਣ ਇਹ ਕੰਮ ਹੋਏਗਾ। ਕਾਲੇ ਖਾਨ ਸੰਗ ਸਭ ਮਿਲੇ। ਇਹ ਸਾਰੇ ਫਿਰ ਕਾਲੇ ਖਾਂ ਨੂੰ ਮਿਲੇ। ਪੈਂਦੇ ਖਾਂ, ਉਹਦਾ ਜਵਾਈ ਕੁਤਬ ਖਾਂ, ਅਨਵਰ ਖਾਂ, ਸਭ ਕਾਲੇ ਖਾਂ ਨੂੰ ਮਿਲੇ। ਚੜਨ ਹੇਤ ਕਰ ਮਸਲਤ ਭਲੇ। ਮੀਟਿੰਗ ਕੀਤੀ ਵੀ ਫੌਜ ਕਦੋਂ ਚਾੜਨੀ ਹੈ, ਕਿਵੇਂ ਹਮਲਾ ਕਰਨਾ ਹੈ। ਪੈਂਦ ਖਾਨ ਤੇ ਆਦਿਕ ਕਹੈ। ਲੂਟੈ ਗੁਰ ਧਨ ਗਨ ਕੋ ਲਹੈ। ਆਖੋ ਵਾਹਿਗੁਰੂ। ਇਹ ਜਿਹੜਾ ਪੈਂਦੇ ਖਾਂ ਹੈ ਨਾ, ਇਹਦੀ ਸੁਰਤ ਪੈਸੇ 'ਚ ਹੀ ਰਹਿੰਦੀ ਹੈ। ਪੈਂਦੇ ਖਾਂ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਾਂ ਮਹਾਰਾਜ ਦਾ ਧਨ ਲੁੱਟਣਾ ਹੈ। ਅੱਗੇ ਤਾਂ ਸਾਰਾ ਧਨ ਕਰਕੇ ਤੇ ਪਵਾੜਾ ਪਿਆ ਜੀ ਇਹਦਾ। ਕਹਿੰਦਾ ਆਪਾਂ ਮਾਇਆ ਲੁੱਟਣੀ ਹੈ ਪਹਿਲਾਂ। ਹਾਂਜੀ। ਸਭ ਜਾਣਤ ਮੈਂ ਭੇਦ ਬਤਾਵੋ। ਮੈਨੂੰ ਪਤਾ ਕਹਿੰਦਾ ਪੈਸੇ ਕਿੱਥੇ ਰੱਖੇ ਆ, ਮਾਇਆ ਕਿੱਥੇ ਰੱਖੀ ਹੈ, ਮੈਂ ਤੁਹਾਨੂੰ ਭੇਦ ਦੱਸਾਂਗਾ। ਕਰ ਗਹਿ ਕੈ ਗੁਰ ਕਉ ਲੈ ਆਵੋ। ਤੇ ਹੱਥ ਨਾਲ ਫੜ ਕੇ ਗੁਰੂ ਨੂੰ ਇੱਥੇ ਲੈ ਆਉਣਾ ਕਹਿੰਦਾ ਆਪਾਂ। ਨਿਜ ਨਿਜ ਦਲ ਦੁੰਦਪ ਬਜਵਾਏ। ਸਰਬ ਭਾਂਤ ਤਿਆਰੀ ਕਰਵਾਏ। ਸੋ ਉਹਨਾਂ ਨੇ ਆਪੋ ਆਪਣੇ ਦਲਾਂ ਦੀ ਤਿਆਰੀ ਕਰਵਾਈ ਜੀ। ਨਗਾਰੇ ਵਜਵਾਏ, ਤਿਆਰੀ ਕਰਵਾਈ। ਗਨ ਗੁਲਕਾਂ ਬਾਰੂਦ ਕਨੇਰੀ। ਬਰਤਾਈ ਲਸ਼ਕਰ ਬਹੁਤੇਰੀ। ਗੋਲੀਆਂ ਬਰੂਦ ਸਭ ਕੁਝ ਵੰਡ ਦਿੱਤਾ ਜੀ। ਇਹ ਕੁੱਲ ਮਿਲਾ ਕੇ ਸਾਧ ਸੰਗਤ ਜੀ ਲੱਖ ਫੌਜ ਬਣਨੀ ਹੈ। ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਜਦੋਂ ਸਾਰੀ ਕਥਾ ਸੁਣੋਗੇ ਨਾ। ਇਹ ਲਗਭਗ ਲੱਖ ਜਣੇ ਨੇ ਚੜ੍ਹਾਈ ਕਰਨੀ ਹੈ ਗੁਰੂ ਸਾਹਿਬ ਉੱਤੇ। ਹਾਂਜੀ। ਗਨ ਹਥਿਆਰ ਅਪਰ ਵਰਤਾਏ। ਧਨ ਦੇ ਕਰ ਮਨ ਸਭਨ ਵਧਾਏ। ਮਾਇਆ ਵੀ ਦਿੱਤੀ ਫੌਜੀਆਂ ਨੂੰ,
ਹਥਿਆਰ ਵੀ ਦਿੱਤੇ ਜੀ ਇਹਨਾਂ ਨੇ। ਹਾਂਜੀ, ਨਿਜ ਨਿਜ ਸੈਨ ਅਸੂਧੀ ਕਰਕੇ ਆਪੋ ਆਪਣੀ ਸੈਨਾ ਇਕੱਠੀ ਕੀਤੀ ਜੀ ਇਹਨਾਂ ਸਾਰਿਆਂ ਨੇ। ਪੰਚੋਂ ਵੀਰ ਚੜੇ ਰਿਸ ਧਰ ਕੇ। ਸੋ ਇਹ ਪੰਜੇ ਵੀਰ ਗੁੱਸੇ ਵਿੱਚ ਆ ਕੇ ਚੜੇ, ਕਾਲੇ ਖਾਂ, ਅਨਵਰ ਖਾਂ, ਕੁਤਬ ਖਾਂ, ਪੈਂਦੇ ਖਾਂ ਤੇ ਪੈਂਦੇ ਖਾਂ ਦਾ ਜਵਾਈ ਜੀ। ਹਾਂਜੀ, ਮਿਲ ਆਪਸ ਮੈਂ ਭਏ ਸ਼ਰਾਬੀ, ਹਾਂਜੀ। ਬੋਲ ਅਟਪਟੇ ਚਹਤ ਖਰਾਬੀ। ਸੋ ਨਸ਼ੇ ਵਿੱਚ ਬੜੇ ਪੁੱਠੇ ਪੁੱਠੇ ਬੋਲ ਵੀ ਬੋਲਣ ਜੀ। ਦਲੇਰ ਹੋ ਜਾਂਦਾ ਜਦੋਂ ਬੰਦਾ ਨਸ਼ਾ ਕਰਦਾ, ਫਿਰ ਦਲੇਰ ਹੋ ਜਾਂਦਾ। ਦਲੇਰੀ ਵਿੱਚ ਬੜੇ ਪੁੱਠੇ ਪੁੱਠੇ ਬੋਲ ਬੋਲਣ ਵੀ, ਇੰਜ ਕਰ ਦਿਆਂਗੇ, ਉਂਝ ਕਰ ਦਿਆਂਗੇ। ਗੁਰ ਕਿਆ ਵਸਤ ਹਮਾਰੇ ਆਗੇ। ਨਸ਼ੇ ਵਿੱਚ ਕਹਿੰਦੇ ਵੀ ਮਹਾਰਾਜ ਸਾਡੇ ਅੱਗੇ ਕੀ ਨੇ। ਆਖੋ ਵਾਹਿਗੁਰੂ। ਹਾਂਜੀ, ਚੜ੍ਹੈ ਈਰਾਨ ਵਲਾਇਤ ਭਾਗੇ। ਕਹਿਣ ਲੱਗੇ ਜਦੋਂ ਅਸੀਂ ਚੜ੍ਹਾਈ ਕਰੀਏ ਤੇ ਈਰਾਨ ਵਲਾਇਤ ਵੀ ਅੱਗੇ ਲੱਗ ਕੇ ਭੱਜ ਜਾਂਦੇ ਆ। ਹਾਂਜੀ, ਅਬ ਪਹੁੰਚਨ ਕੀ ਬਿਲਮ ਹਮਾਰੀ, ਇੱਕ ਹਮਲੇ ਰਿਪਦੈ ਹੈ ਮਾਰੀ। ਬਸ ਪਹੁੰਚਣ ਦੀ ਦੇਰ ਆ, ਇੱਕੋ ਹਮਲੇ ਵਿੱਚ ਸਭ ਕੁਝ ਖਤਮ ਕਰ ਦਿਆਂਗੇ। ਉਹ ਆਪਸ 'ਚ ਗੱਲਾਂ ਕਰਦੇ ਜੀ। ਆਪਸ 'ਚ ਗੱਲਾਂ ਦਾ ਕੀ ਆ, ਜੋ ਮਰਜ਼ੀ ਕਰੀ ਜਾਓ ਜੀ, ਇੰਜ ਕਰ ਦਿਆਂਗੇ, ਉਂਝ ਕਰ ਦਿਆਂਗੇ। ਹਾਂਜੀ, ਸੂਬਾ ਕਾਲੇ ਖਾਨ ਬਿਸਾਲਾ। ਇਹਨਾਂ ਦਾ ਹਾਲ ਪਤਾ ਕੀ ਹੈ? ਇਹਨਾਂ ਸਾਰਿਆਂ ਦਾ ਹਾਲ ਕੀ ਹੈ? ਆਖੋ ਵਾਹਿਗੁਰੂ। ਹਾਂਜੀ, ਉਹ ਇੱਕ ਬੰਦਾ ਕਹਿੰਦਾ ਵੀ ਸਾਡੀ ਬੜੀ ਪੈਲੀ ਸੀ, ਬੜੀ ਪੈਲੀ। ਕਹਿੰਦਾ ਮੁੱਕਣ ਤੇ ਹੀ ਨਹੀਂ ਆਉਂਦੀ ਸਾਡੀ ਇੰਨੀ ਪੈਲੀ ਹੈ। ਉਹ ਦੂਜਾ ਸਮਝ ਗਿਆ ਵੀ ਇਹ ਤੇ ਗੱਪ ਮਾਰਨ ਦਿਆ, ਇੰਨੀ ਪੈਲੀ ਅਸੀਂ ਤੈਨੂੰ ਸ਼ੁਰੂ ਤੋਂ ਜਾਣਦੇ। ਉਹ ਕਹਿੰਦਾ ਆਹੋ ਮੈਨੂੰ ਪਤਾ ਤੁਹਾਡੀ ਬੜੀ ਪੈਲੀ। ਕਹਿੰਦਾ ਕੋਈ ਨਹੀਂ। ਕਹਿੰਦਾ ਮੈਂ ਇੱਕ ਗੱਲ ਸੁਣਾਵਾਂ। ਉਹ ਕਹਿੰਦਾ ਸੁਣਾ। ਕਹਿੰਦਾ ਸਾਡੇ ਦਾਦੇ ਕੋਲ ਨਾ ਇੱਕ ਡਾਂਗ ਹੈਗੀ ਬੜੀ ਵੱਡੀ, ਤੇ ਜਦੋਂ ਮੀਂਹ ਨਾ ਪਵੇ ਤੇ ਉਹ ਡਾਂਗ ਦੇ ਨਾਲ ਬੱਦਲ ਇਕੱਠੇ ਕਰਕੇ ਤੇ ਹਿਲਾ ਦਿੰਦਾ ਤੇ ਮੀਂਹ ਪੈ ਜਾਂਦਾ। ਉਹ ਕਹਿੰਦਾ ਅੱਛਾ। ਕਹਿੰਦਾ ਫਿਰ ਉਹ ਡਾਂਗ ਰੱਖਦਾ ਕਿੱਥੇ? ਕਹਿੰਦਾ ਤੁਹਾਡੀ ਪੈਲੀ 'ਚ ਹੀ ਰੱਖਦਾ। ਆਖੋ ਵਾਹਿਗੁਰੂ। ਇਕੱਠੇ ਹੋਏ ਆ, ਮਹਾਰਾਜ ਬਾਰੇ ਗੱਲਾਂ ਕਰੀ ਜਾਂਦੇ। ਇਹਨਾਂ ਦਾ ਕੀ ਹੈਗਾ ਜੀ, ਜੋ ਮਰਜ਼ੀ ਗੱਲਾਂ ਕਰੀ ਜਾਣ। ਕਹਿੰਦੇ ਅਸੀਂ ਵੇਖਿਓ ਸਾਡੇ ਅੱਗੇ ਤੇ ਈਰਾਨ ਵਲਾਇਤ ਵੀ ਭੱਜ ਜਾਣ ਤੇ ਮਹਾਰਾਜ ਕੀ ਹੈਗੇ ਜੀ, ਇਹ ਤਾਂ ਉਦੋਂ ਹੀ ਪਤਾ ਲੱਗੂਗਾ। ਹਾਂਜੀ, ਸੂਬਾ ਕਾਲੇ ਖਾਨ ਬਿਸਾਲਾ, ਦੁਤੀਏ ਕੁਤਬ ਖਾਨ ਚੜ ਕਾਲਾ। ਇੱਕ ਤੇ ਕਾਲੇ ਖਾਂ ਪਿਸ਼ੌਰ ਦਾ ਬੜੇ ਵੱਡਾ ਸੂਬੇਦਾਰ ਹੈ। ਹਾਂਜੀ, ਦੁਤੀਏ ਕੁਤਬ ਖਾਂ ਚੜ ਤਿਸ ਕਾਲਾ, ਦੂਜਾ ਕੁਤਬ ਖਾਂ ਜਲੰਧਰ ਦਾ ਸੂਬਾ। ਖੋਜਾ ਅਨਵਰ ਭਇਓ ਅਰੁਢਨ। ਖੋਜਾ ਅਨਵਰ ਖਾਂ ਇਹ ਵੀ ਚੜ ਗਿਆ। ਪ੍ਰੇਰਿਤ ਕਾਲਾ ਸਭਨ ਹੂੰ ਮੂਢਨ। ਸੋ ਐ ਕਹਿੰਦੇ ਸਾਰਿਆਂ ਨੂੰ ਮੌਤ ਹੀ ਪ੍ਰੇਰਨ ਦਈ ਹੈ, ਇਹ ਮੌਤ ਵੱਲ ਹੀ ਜਾ ਰਹੇ ਹਨ। ਪੈਂਦੇ ਖਾਨ ਅਸਮਾਨਾ। ਉਧਰ ਪੈਂਦੇ ਖਾਂ ਤੇ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ। ਪੰਚੋਂ ਜੋਧਾ ਠਾਨ ਗੁਮਾਨਾ। ਇਹ ਪੰਚੋ ਜੋਧੇ ਗੁਮਾਨ ਹੰਕਾਰ ਮਨ ਚ ਧਾਰ ਕੇ। ਪਾਪ ਬਿਖੈ ਰਤ ਜੇ ਬੜ ਪਾਪੀ। ਪਾਪ ਵਿੱਚ ਰੱਤੇ ਪਏ ਆ, ਇਹਨਾਂ ਨੂੰ ਪਤਾ ਨਹੀਂ ਹੈ ਵੀ ਕੀ ਅਪਰਾਧ ਕਰਨ ਲੱਗੇ ਹਨ। ਬਾਰ ਤਬ ਹੋਏ ਸੁਰਾਪੀ। ਬਾਰ ਨਸ਼ਾ ਕਰਦੇ ਆ। ਬਾਦਿਤ ਅਨਕ ਭਾਂਤ ਬਜਵਾਏ। ਸਕਲ ਅਰੂਡੇ ਦਲ ਸਮੁਦਾਏ। ਮਾਨੋ ਟਿੱਡੀ ਗਮਨੇ ਐਸੇ। ਹਿਤ ਮੈਂ ਗਰਨ ਜਾਤ ਹੈ ਜੈਸੇ। ਤੇ ਸਾਧ ਸੰਗਤ ਜੀ ਜਿਵੇਂ ਇਹਨਾਂ ਫਿਰ ਵਾਜੇ ਵਜਾਏ ਤੇ ਸਾਰਾ ਦਲ ਘੋੜਿਆਂ ਤੇ ਚੜ ਗਿਆ, ਹਾਥੀ ਨਾਲ ਲੈ ਲੇ। ਇਹ ਟਿੱਡੀ ਦਲ ਮਾਨੋ ਚੜਿਆ ਤੇ ਕਹਿਣ ਲੱਗੇ ਟਿੱਡੀ ਦਲ ਚੜ ਤੇ ਗਿਆ, ਪਰ ਸਮਝੋ ਵੀ ਇਹ ਹਿਮਾਲਿਆ ਪਰਬਤ ਵੱਲ ਨੂੰ ਤੁਰ ਪਿਆ। ਤੇ ਜਦੋਂ ਟਿੱਡੀਆਂ ਹਿਮਾਲੇ ਪਰਬਤ ਨੂੰ ਤੁਰ ਪੈਂਦੀਆਂ ਨਾ, ਹਿਮ ਮਹਿ ਗਰਨ ਜਾਤ ਹੈ ਜੈਸੇ, ਉੱਥੇ ਬਰਫ਼ ਹੀ ਇੰਨੀ ਹੁੰਦੀ ਹੈ, ਸਾਰਾ ਦਾ ਸਾਰਾ ਟਿੱਡੀ ਦਲ ਉੱਥੇ ਗਲ ਜਾਂਦਾ ਹੈ ਜੀ। ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੇਗਾ। ਸੋ ਮਹਾਰਾਜ ਕਿਰਪਾ ਕਰਨ। ਇਹ ਫੌਜਾਂ ਤੇ ਬੜੀਆਂ ਹੀ ਇਕੱਠੀਆਂ ਕਰਕੇ ਲੈ ਕੇ ਆ ਰਹੇ ਆ, ਪਰ ਸਾਹਮਣੇ ਕੌਣ ਬੈਠਾ? ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ।
ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। ਵਾਹਿਗੁਰੂ। ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ। ਜੇ ਇਹ ਇੰਨੀ ਫੌਜ ਲੈ ਕੇ ਆ ਰਹੇ ਆ ਤੇ ਸਾਹਮਣੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ। ਭਾਈ ਗੁਰਦਾਸ ਜੀ ਲਿਖਦੇ ਆ ਕਿ ਛਠਮ ਪੀਰ ਬੈਠਾ ਗੁਰ ਭਾਰੀ। ਭਾਰੀ, ਭਾਰੀ ਦਾ ਅਰਥ ਹੁੰਦਾ ਬੜੇ ਵੱਡੇ ਯੋਧੇ। ਛੇਵੇਂ ਪਾਤਸ਼ਾਹ ਬੈਠੇ, ਜਿਹੜਾ ਕਾਲੇ ਖਾਂ ਕਰਕੇ ਨਸ਼ਾ ਕਹਿੰਦਾ ਨਾ ਵੀ ਮਾਰਾ ਨੂੰ ਫੜ ਕੇ ਲੈ ਆਉਣਾ, ਰੂਮ ਵਲੈਤ ਵੀ ਸਾਡੇ ਅੱਗੇ ਅੱਗੇ ਲੱਗ ਕੇ ਭੱਜ ਜਾਂਦੇ, ਈਰਾਨ ਵਰਗੇ ਦੇਸ਼ ਵੀ ਘੋੜੇ ਸਮੇਤ ਵੱਢਣਗੇ ਮਹਾਰਾਜੇ ਨੂੰ। ਤੇ ਜਿਸ ਸ਼ਸਤਰ ਨਾਲ ਵੱਢਣਾ ਸਾਧ ਸੰਗਤ ਜੀ, ਉਹ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹੈ। ਵੱਡਾ ਤੇਗਾ, ਖੜਗ, ਕਰਾ ਚੌਲ, ਉਹਦੇ ਨਾਲ ਮਹਾਰਾਜ ਨੇ ਵੱਢਣਾ। ਸੋ ਉਹ ਹੁਣ ਕਥਾ ਅੱਗੇ ਆਏਗੀ, ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਾਂਗੇ। ਸਭ ਸੰਗਤ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ। ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।